ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਤੁਸੀਂ ਕੀਤੀ ਹੈ? ਬਿਲਕੁਲ ਜੀ। ਵੀਡੀਓ ਬਣਾਓ ਆ ਜੋੜੇ ਨਿਕਲੇ ਆ ਜੀ, ਚਮੜੇ ਦੇ ਜੋੜੇ ਆ ਜੀ, ਜੋੜੇ ਕੁਛ ਅੰਦਰ ਦੀਆਂ ਵਾ ਵੀਡੀਓ ਜਿਹੜੀ ਉੱਥੇ ਤੂੰ ਮੈਂ ਕਰਦਾ ਉਹ ਡਰਾਈਵਰ ਕੋਲ, ਉਹ ਕਹਿੰਦਾ ਕਿ ਮੈਂ ਜਾਓ ਨਹੀਂ ਲਾਉਂਦਾ ਜੋੜਾ, ਜਿੱਥੇ ਜ਼ੋਰ ਲੱਗਦਾ ਲਾ ਲਓ। ਇੱਧਰ ਆਹ ਜੋੜੇ ਪਏ, ਆਹ ਜੋੜੇ ਪਏ, ਆਹ ਜੋੜੇ ਪਏ ਬਾਬਾ ਜੀ, ਆ ਵੇਖੋ ਆ ਕੀ ਵੇਖਿਓ ਮੜਾ ਆਇਓ ਆ ਥੋੜੀ ਗੱਲ ਹੁੰਦੀ ਬਈ, ਪਹਿਲਾਂ ਦੇ ਨਹੀਂ ਗਏ, ਪਹਿਲਾਂ ਦੇ ਨਹੀਂ, ਮਹਾਰਾਜ ਦਾ ਸਰੂਪ ਹੈ ਨਾ ਬਰਾਹਮਣ ਆ ਨਾ। ਜਾ ਕੇ ਅਸੀਂ ਗੱਡੀਆਂ ਵੇਖੀਆਂ, ਕਈਆਂ ਦੇ ਵਿੱਚ ਜੋੜੇ ਪਏ ਸੀ, ਕਈਆਂ ਨੇ ਜੋੜੇ ਲਾਏ ਸੀ ਤੇ ਬਹੁਤਿਆਂ ਨੇ ਜੋੜੇ ਪਾਏ ਸੀਗੇ ਡਰਾਈਵਰਾਂ ਨੇ ਵੀ, ਤੇ ਵਿੱਚ ਲਾ ਕੇ ਜੋੜੇ ਦੇ ਇਹਨਾਂ ਨੇ ਸੀਟਾਂ ਥੱਲੇ ਜਿਹੜੇ ਉਹ ਰੱਖੇ ਸੀਗੇ ਤੇ ਮਗਰਲੀਆਂ ਸੀਟਾਂ ਤੇ ਚਾਦਰਾਂ ਵਿਛਾਈਆਂ ਸੀਗੀਆਂ। ਤੇ ਅਸੀਂ ਜਾ ਕੇ ਉਹਨੂੰ ਫਿਰ ਬਾਬੇ ਨੂੰ ਉਸੇ ਨੂੰ ਬੇਨਤੀ ਕੀਤੀ ਕਿ ਗੱਡੀਆਂ ਦੇ ਵਿੱਚ ਫਲਾਣੀਆਂ ਗੱਡੀਆਂ ਉਹਨਾਂ ਦੇ ਵਿੱਚ ਜੋੜੇ ਪਏ ਆ। ਉਹ ਮੁੜ ਕੇ ਮੌਕੇ ਤੇ ਆਇਆ, ਮੌਕੇ ਤੇ ਆਣ ਕੇ ਹੋਰ ਵੀ 2-4 ਸਿੰਘ ਇਹਨਾਂ ਦੇ ਜਿਹੜੇ ਉੱਥੇ ਇਕੱਠੇ ਹੋ ਗਏ। ਜਦੋਂ ਉਹ ਜੋੜੇ ਜਿਹੜੇ ਆ ਗੱਡੀਆਂ ਦੇ ਵਿੱਚੋਂ ਕਢਾਏ ਗਏ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਤੂੰ ਮੈਂ ਕਰਨੀ ਸ਼ੁਰੂ ਕਰ ਦਿੱਤੀ। ਆ ਦੇਖੋ ਆ ਸਿੰਘਾਂ ਨਾਲ ਬੈਂਸਦੇ ਆ, ਇਹ ਅੰਦਰ ਦੀ ਵੀਡੀਓ ਹੈ ਇੱਕ, ਉਹ ਸਿੰਘਾਂ ਨਾਲ ਬੈਂਸਦੇ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਸੀ। ਇਹ ਗੁਰੂ ਸਾਹਿਬ ਦਾ ਸਤਿਕਾਰ ਵਾਲੀਆਂ ਇੱਥੇ ਕੋਈ ਗੱਲਾਂ ਨਹੀਂ ਆ। ਧੱਜੀਆਂ ਉਡਾਈਆਂ ਗਈਆਂ, ਸ਼ਰੇਆਮ ਉਡਾਈਆਂ ਗਈਆਂ ਤੇ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਆ ਵੀ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਸੰਪਰਦਾਵਾਂ ਉਹ ਸਾਰੀਆਂ ਚੁੱਪ ਆ। ਕੌਣ ਹੋਇਆ? ਗੁਰੂ ਸਾਹਿਬ ਹੋਏ ਕਿ ਇਹਨਾਂ ਵਾਸਤੇ? ਇਹਨਾਂ ਦਾ ਮੁਖੀ ਵਾਸਤੇ ਲੋਕ ਆ ਜਿਹੜੇ ਉੱਥੇ ਉਹ ਆਏ ਹੋਏ ਸੀਗੇ, ਜਿਹੜੇ ਜਿਨ੍ਹਾਂ ਨੂੰ ਕੌਮ ਨਕਾਰ ਚੁੱਕੀ ਆ, ਇਹ ਇਹਨਾਂ ਵਾਸਤੇ ਉਹ ਵੱਡੇ ਆ। 25, 26 ਜਾਂ 27 ਹੋਣਗੇ ਇੰਨੇ ਕੁ ਪਵਨ ਸਰੂਪ ਜਿਹੜੇ ਉਹ ਲੈ ਕੇ ਆਉਂਦੇ ਆ। ਤੇ ਅਗਲੇ ਪਵਨ ਸਰੂਪ ਤੇ ਜਿਹੜੇ ਸਿੰਘ ਨੇ ਸਿਰ ਤੇ ਸੁਭਾਏਮਾਨ ਕੀਤਾ ਉਹਦੀ ਚੌਰ ਸਾਹਿਬ ਕਰ ਰਿਹਾ ਇੱਕ ਸਿੰਘ, ਇੱਕ ਜਿਹੜਾ ਪਿੱਛੇ ਲਾਈਨ ਦੇ ਵਿੱਚ ਆ ਉਹਦੇ ਹੀ ਚੌਰ ਸਾਹਿਬ ਉੱਤੇ ਕਰ ਰਿਹਾ, ਜਿਹੜੇ ਲਾਈਨ ਦੇ ਵਿੱਚ ਆ ਉੱਤੇ ਕੋਈ ਚੌਰ ਸਾਹਿਬ ਨਹੀਂ ਕਰ ਰਿਹਾ, ਕੋਈ ਨਾਲ ਉਦਾਂ ਹੀ ਸਿਰ ਤੇ ਚੁੱਕ ਕੇ ਤੇ ਵਿਚੋਂ ਸ਼ਬਦ ਹੀ ਵਰਤ ਰਹੇ। ਹਾਂਜੀ ਉਸ ਤਰ੍ਹਾਂ ਹੀ ਲੈ ਕੇ ਆਉਂਦਾ ਹੈ। ਪੰਜ ਸਿੰਘ ਨਹੀਂ, ਨਾ ਕੋਈ ਉਹਨਾਂ ਦੇ ਚੌਰ ਸਾਹਿਬ, ਨਾ ਚੌਰ ਸਾਹਿਬ ਕਰਨ ਡਿਆ, ਨਾ ਛਤਰਿਆ ਉੱਤੇ। ਉੱਥੇ ਆਣ ਕੇ ਜਿਵੇਂ ਆਪਾਂ ਇੱਕ ਬੱਸ ਅੱਡੇ ਤੇ ਜਾਂਦੇ ਆ ਤੇ ਆਪਾਂ ਬੱਸ ਵੇਖਦੇ ਆ ਨਾ ਵੀ ਕਿਹੜੀ ਤੇ ਚੜ੍ਹਨਾ, ਤੇ ਉਹ ਉਲਝ ਗਏ ਕਿਉਂਕਿ ਸਾਡੇ ਕੋਲ ਜਿਹੜੀ ਗੱਲ ਕਰ ਤੇ ਸਰੂਪ ਹੈ ਤੇ ਵੇਂਦੇ ਵੀ ਕਿਹੜੀ ਗੱਡੀ, ਹਾਂ ਕਿਹੜੀ ਗੱਡੀ ਤੇ ਰੱਖਣਾ, ਇਹਦੇ ਸਾਡੇ ਕੋਲ ਸਬੂਤ ਆ ਸਾਰੇ। ਦੇ ਉੱਤੇ ਤਾਂ ਇਹਨਾਂ ਨੇ ਫੁੱਲ ਲਾਏ ਹੋਏ ਆ ਤੇ ਵਿੱਚ ਜੁੱਤੀਆਂ ਰੱਖੀਆਂ, ਵਿੱਚ ਇਹਨਾਂ ਨੇ ਜੁੱਤੀਆਂ ਰੱਖੀਆਂ, ਡਿੱਗਿਆਂ ਦੇ ਵਿੱਚ ਬਕਾਇਦਾ ਜੁੱਤੀਆਂ ਕਢਾਈਆਂ, ਤੇ ਜਦੋਂ ਕਢਾਉਣ ਤੇ ਇੱਕ ਦੋ ਗੱਡੀਆਂ ਚੋਂ ਕਢਾਤੀਆਂ ਨਾ, ਫਿਰ ਉਹਨਾਂ ਦੇ ਪ੍ਰਬੰਧਕਾਂ ਨੇ ਰੋਕਤਾ ਵੀ ਤੁਸੀਂ ਡਿੱਗੀਆਂ ਖਲੋ ਕੇ ਤੇ ਤਲਾਸ਼ੀ ਨਹੀਂ ਲੈ ਸਕਦੇ। ਤਾਂ ਕਿਉਂ ਏਡੀ ਵੱਡੀ ਕੁਤਾਹੀ ਜਿਹੜੀ ਹੈਗੀ ਆ ਨਾਨਕਸਰ ਸੰਪਰਦਾ ਦੀ ਨਿਗਾਹ ਦੇ ਵਿੱਚ ਪਹਿਲਾਂ ਵੀ ਵਾਪਰੀ, ਮੁੜ ਵਾਪਰੀ? ਅਸੀਂ ਕੋਸ਼ਿਸ਼ ਕਰਾਂਗੇ ਉਸ ਸੰਪਰਦਾ ਦਾ ਪੱਖ ਲੈਣ ਦਾ, ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਉੱਤੇ ਕੀ ਬੋਲਦੀ ਹੈ? ਬੀਤੇ ਦਿਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਕਿਹਾ ਜਾ ਰਿਹਾ ਕਿ ਨਾਨਕਸਰ ਕਲੇਰਾਂ ਜਿਹੜੀ ਕਿ ਸਿੱਖ ਪੰਥ ਦੀ ਪੁਰਾਤਨ ਸੰਪਰਦਾ ਹੈ, ਉਹਨਾਂ ਵੱਲੋਂ ਗੁਰਮਰਿਆਦਾ ਦੇ ਵਿੱਚ ਕੁਤਾਹੀ ਕੀਤੀ ਗਈ ਹੈ। ਵੀਡੀਓ ਵਾਇਰਲ ਹੁੰਦੀ ਹੈ, ਬਹੁਤ ਸਾਰੀਆਂ ਕਾਰਾਂ ਜਿਨ੍ਹਾਂ ਦੇ ਉੱਤੇ ਫੁੱਲ ਰੀਬਨ ਲੱਗੇ ਹੋਏ ਆ, ਉਹਨਾਂ ਦੇ ਵਿੱਚ ਕਈ ਥਾਂ ਇਕੱਲਾ ਡਰਾਈਵਰ ਹੈ ਜਾਂ ਦੋ ਬੰਦੇ ਬੈਠੇ ਹੈ। ਮਗਰਲੀ ਸੀਟ ਤੇ ਜਿਸ ਤਰ੍ਹਾਂ ਅਸੀਂ ਕੋਈ ਵਸਤੂ ਰੱਖਦੇ ਹਾਂ, ਕੋਈ ਅਟੈਚੀ ਵਗੈਰਾ ਰੱਖਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਜਿਹੜਾ ਹੈਗਾ ਸੀਟ ਦੇ ਉੱਤੇ ਰੱਖਿਆ ਹੋਇਆ, ਬਿਨਾਂ ਕਿਸੇ ਪੀੜਾ ਸਾਹਿਬ ਤੋਂ, ਪੂਰਨ ਗੁਰਮਰਿਆਦਾ ਤੋਂ ਬਿਨਾਂ। ਤਾਂ ਜਿਸ ਸੱਜਣਾ ਨੇ ਇਸ ਮਾਮਲੇ ਨੂੰ ਮੀਡੀਆ ਦੇ ਵਿੱਚ ਲਿਆਂਦਾ ਸਾਡੇ ਨਾਲ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ ਆਖਰ ਪੂਰਾ ਮਾਮਲਾ ਕਦੋਂ ਦਾ, ਕਿਸ ਤਰ੍ਹਾਂ ਔਰ ਹੁਣ ਕੀ ਨਿਪੜੀ। ਹਾਂਜੀ, ਸਵਾਗਤ ਹੈ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਤਰਲੋਚਨ ਸਿੰਘ ਆ, ਸੋਹਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਮੈਂ ਸੇਵਾਦਾਰ ਹਾਂ ਜੀ। ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਤੁਸੀਂ ਕੀਤੀ ਹੈ ਜੀ? ਬਿਲਕੁਲ ਜੀ, ਉਹ ਅਸੀਂ ਜਿਹੜੀ ਨਾਨਕਸਰ ਕਲੇਰਾਂ ਦੀ ਵੀਡੀਓ ਆ ਉਹ ਅਸੀਂ ਵਾਇਰਲ ਕੀਤੀ ਹੈ, ਇਸ ਕਰਕੇ ਕਰਨੀ ਪਈ ਮਜਬੂਰਨ ਤੌਰ ਤੇ ਕਿ ਪਿਛਲੇ ਸਾਲ ਵੀ ਜਦੋਂ ਬਾਬਾ ਨਾਨਕ ਸਿੰਘ ਦੀ ਬਰਸ਼ੀ ਤੇ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦੀ ਜਿਹੜੀ ਸੇਵਾ ਸੰਭਾਲ ਠੀਕ ਢੰਗ ਦੇ ਨਾਲ ਨਹੀਂ ਸੀ ਹੋਈ, ਇਸ ਵਾਰ ਵਾਂਗੂ ਹੀ ਕੀਤੀ ਜਾ ਰਹੀ ਸੀ। ਲੰਗਰ ਵਿੱਚ ਸੇਵਾ ਕਰਦੇ ਸੇਵਾਦਾਰਾਂ ਨੇ ਇਹਨਾਂ ਨੂੰ ਜਿਹੜੇ ਇੱਥੇ ਜ਼ਿੰਮੇਵਾਰ ਸੀ ਉਹਨਾਂ ਨੂੰ ਬੇਨਤੀ ਕੀਤੀ, ਪਰ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ, ਉਲਟਾ ਉਹਨਾਂ ਨੂੰ ਦਾਬੇ ਝਾਸੇ ਮਾਰ ਕੇ ਤੇ ਭਜਾ ਦਿੱਤਾ ਗਿਆ। ਉਹਨਾਂ ਨੇ ਫਿਰ ਸਾਡੇ ਕੋਲ ਇਹ ਮਸਲਾ ਜਿਹੜਾ ਸੀਗਾ ਸਾਡੇ ਕੋਲ ਲਿਆਂਦਾ ਜਥੇਬੰਦੀ ਕੋਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ, ਤੇ ਉਹ ਅਸੀਂ ਫਿਰ ਐਰਕੀ ਜਦੋਂ ਬਾਬਾ ਨਾਨਕ ਸਿੰਘ ਦੀ ਬਰਸ਼ੀ ਸੀ 29 ਤਰੀਕ ਨੂੰ ਸਮਾਪਤੀ ਵਾਲੇ ਦਿਨ ਅਸੀਂ ਸਾਰੇ ਸਿੰਘ ਜਿਹੜੇ ਆ ਇੱਥੇ ਪਹੁੰਚੇ ਸੀਗੇ। ਸਵੇਰੇ ਕੋਈ 11-12 ਦਾ ਟਾਈਮ ਸੀਗਾ ਜਦੋਂ ਅਸੀਂ ਇੱਥੇ ਪਹੁੰਚੇ ਹਾਂ, ਤੇ ਪਹੁੰਚ ਕੇ ਅਸੀਂ ਪਹਿਲਾਂ ਆਣ ਕੇ ਤੇ ਇੱਥੋਂ ਦੇ ਪ੍ਰਬੰਧਕ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਜਿਹੜੇ ਥੱਲੇ ਲੈਵਲ ਤੇ
ਖੰਡ ਪਾਠਾਂ ਦੀ ਸੇਵਾ ਦੀ ਡਿਊਟੀ, ਜਿਸ ਤਰ੍ਹਾਂ ਪਾਠੀਆਂ ਦੀ ਡਿਊਟੀ ਆ ਉਹ ਜਿਹੜੀ ਡਿਊਟੀ ਲਾਉਂਦੇ ਸੀ, ਜਾਂ ਤੁਹਾਡੇ ਪਾਠ ਤੇ ਕਿਹਦੀ ਡਿਊਟੀ ਆ ਉਹ ਦੱਸਦੇ ਸੀ। ਉਹਨਾਂ ਦੇ ਕੋਲ ਉਹਦਾ ਨਾਂ ਸ਼ਾਇਦ ਕੁਲਦੀਪ ਸਿੰਘ ਆ, ਤੇ ਉਹਨੂੰ ਜਾ ਕੇ ਮਿਲ ਕੇ ਅਸੀਂ ਤੇ ਇਹ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਤੁਸੀਂ ਗੱਡੀਆਂ 'ਚ ਬਿਰਾਜਮਾਨ ਕਰਕੇ ਖੜਦੇ ਜੇ ਪਿਛਲੀਆਂ ਸੀਟਾਂ ਤੇ ਨਾਲ ਤੁਸੀਂ ਜੋੜੇ ਵੀ ਵਿੱਚ ਕਈਆਂ ਗੁਰਮੁਖਾਂ ਨੇ ਪਾਏ ਹੁੰਦੇ ਆ, ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਦੀ ਮਾਨ ਮਰਜ਼ਾਦਾ ਇਸ ਤਰ੍ਹਾਂ ਸਹੀ ਨਹੀਂ ਰਹਿੰਦੀ, ਤੇ ਤੁਸੀਂ ਕਿਉਂ ਨਾ ਪਾਲਕੀ ਸਾਹਿਬ ਸਜਾ ਕੇ ਤੇ 5 ਸਿੰਘਾਂ ਦੀ ਡਿਊਟੀ ਲਾ ਕੇ ਮਹਾਰਾਜ ਸਾਹਿਬ ਖੜਿਆ ਕਰੋ। ਉਹਨਾਂ ਕਿਹਾ ਕਿ ਬਿਲਕੁਲ ਇਦਾਂ ਨਹੀਂ ਹੁੰਦਾ, ਅਸੀਂ ਮਹਾਰਾਜ ਦੇ ਸਾਹਿਬ ਦੇ ਬਹੁਤ ਸੇਵਾ ਕਰਦੇ ਹਾਂ, ਇੱਥੇ ਤੁਹਾਨੂੰ ਪਤਾ ਨਹੀਂਗਾ ਵੀ ਅਸੀਂ ਇਹ ਜਿਹੜੀ ਸੇਵਾ ਕਰਦੇ ਹਾਂ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਹਾਂ। ਪਰ ਚਲੋ ਜਦੋਂ ਉਹਨਾਂ ਨੇ ਇਹ ਸਾਨੂੰ ਗਾੜੀਆਂ ਵਿਸ਼ਵਾਸ ਦਿਵਾਇਆ ਉਹ ਗੱਲ ਤੇ ਉਹ ਮੰਨੇ ਨਾ, ਤੇ ਉਦੋਂ ਬਾਅਦ ਅਸੀਂ ਉੱਥੇ ਰੁਕ ਗਏ, ਤੇ 2 ਤੋਂ 3 ਵਜੇ ਦਾ ਤਕਰੀਬਨ ਟਾਈਮ ਸੀਗਾ। ਤੇ ਜਦੋਂ ਉਹ ਗੱਡੀਆਂ ਜਿਹੜੀਆਂ ਉੱਥੇ ਇੱਕ ਲੰਗਰ ਹਾਲ ਆ, ਪਾਠੀ ਸਿੰਘਾਂ ਦਾ ਲੰਗਰ ਹਾਲ ਕਹਿੰਦੇ ਉਹਨੂੰ, ਉਹਦੇ ਲਾਗੇ ਹੀ ਬਿਲਡਿੰਗ ਆ, ਇੱਕ ਹਾਲ ਆ ਬਹੁਤ ਵੱਡਾ ਜਿਹਦੇ ਵਿੱਚ ਲੜੀ ਖੰਡ ਪਾਠਾਂ ਸਾਹਿਬਾਂ ਦੀ ਬਿਰਾਜਮਾਨ ਕੀਤੀ ਸੀ ਪ੍ਰਕਾਸ਼ ਇਹਨਾਂ ਨੇ। ਉੱਥੇ ਫਿਰ ਅਸੀਂ ਆਣ ਕੇ ਤੇ ਜਦੋਂ ਵੇਖੀਆਂ ਉੱਥੇ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਦੋਂ ਗੱਡੀਆਂ ਸ਼ੁਰੂ ਹੋ ਗਈਆਂ ਤੇ ਅਸੀਂ ਵੀ ਉੱਥੇ ਗਏ ਮੌਕੇ ਤੇ ਜਾ ਕੇ ਅਸੀਂ ਗੱਡੀਆਂ ਵੇਖੀਆਂ, ਕਈਆਂ ਦੇ ਵਿੱਚ ਜੋੜੇ ਪਏ ਸੀ, ਕਈਆਂ ਨੇ ਜੋੜੇ ਲਾਏ ਸੀ ਤੇ ਬਹੁਤਿਆਂ ਨੇ ਜੋੜੇ ਪਾਏ ਸੀਗੇ ਡਰਾਈਵਰਾਂ ਨੇ ਵੀ, ਤੇ ਵਿੱਚ ਲਾ ਕੇ ਜੋੜੇ ਤੇ ਇਹਨਾਂ ਨੇ ਸੀਟਾਂ ਥੱਲੇ ਜਿਹੜੇ ਆ ਉਹ ਰੱਖੇ ਸੀਗੇ, ਤੇ ਮਗਰਲੀਆਂ ਸੀਟਾਂ ਤੇ ਚਾਦਰਾਂ ਵਿਛਾਈਆਂ ਸੀਗੀਆਂ। ਤੇ ਅਸੀਂ ਜਾ ਕੇ ਉਹਨੂੰ ਫਿਰ ਬਾਬੇ ਨੂੰ ਉਸੇ ਨੂੰ ਬੇਨਤੀ ਕੀਤੀ ਕਿ ਗੱਡੀਆਂ ਦੇ ਵਿੱਚ ਫਲਾਨੀਆਂ ਗੱਡੀਆਂ ਉਹਨਾਂ ਦੇ ਵਿੱਚ ਜੋੜੇ ਪਏ ਆ। ਉਹ ਮੁੜ ਕੇ ਮੌਕੇ ਤੇ ਆਇਆ, ਮੌਕੇ ਤੇ ਆਣ ਕੇ ਹੋਰ ਵੀ 2-4 ਸਿੰਘ ਇਹਨਾਂ ਦੇ ਜਿਹੜੇ ਉੱਥੇ ਇਕੱਠੇ ਹੋ ਗਏ। ਜਦੋਂ ਉਹ ਜੋੜੇ ਜਿਹੜੇ ਆ ਗੱਡੀਆਂ ਦੇ ਵਿੱਚੋਂ ਕਢਾਏ ਗਏ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਤੂੰ ਮੈਂ ਕਰਨੀ ਸ਼ੁਰੂ ਕਰ ਦਿੱਤੀ, ਜਿਹੜੀ ਕਿ ਗਲਤੀ ਮੰਨਣ ਦੇ ਥਾਂ ਤੇ ਇਹਨਾਂ ਨੇ ਸਾਡੇ ਨਾਲ ਲੜਾਈ ਝਗੜੇ ਵਾਲਾ ਕਲੇਸ਼ ਜਿਹੜਾ ਸੀ ਉਹ ਕਰਨਾ ਸ਼ੁਰੂ ਕੀਤਾ। ਪਰ ਅਸੀਂ ਸਾਰੇ ਸਿੰਘਾਂ ਨੇ ਸੋਚਿਆ ਸੀ ਕਿ ਅਸੀਂ ਗੁਰੂ ਸਾਹਿਬ ਦੀ ਸੇਵਾ ਕਰਨ ਵਾਸਤੇ ਆਏ ਹਾਂ, ਅਸੀਂ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਣਾ। ਉਹਨੇ ਚਿਰ ਨੂੰ ਅਜੇ ਗੱਲਬਾਤ ਕਰਨ ਰਹੇ ਆ, ਉਹ ਜੋੜੇ ਬਾਹਰ ਕਢਾਉਣ ਰਹੇ ਆ, ਉਹਨੇ ਚਿਰ ਨੂੰ ਮਹਾਰਾਜ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਉਹ ਲਾਈਨ ਸਿਰ ਤੇ ਸ਼ਾਇਦ 25, 26 ਜਾਂ 27 ਹੋਣਗੇ, ਇੰਨੇ ਕੁ ਪਾਵਨ ਸਰੂਪ ਜਿਹੜੇ ਆ ਉਹ ਲੈ ਕੇ ਆਉਣ ਰਹੇ ਆ। ਤੇ ਅਗਲੇ ਪਾਵਨ ਸਰੂਪ ਤੇ ਜਿਹੜੇ ਸਿੰਘ ਨੇ ਸਿਰ ਤੇ ਸੁਭਾਇਮਾਨ ਕੀਤਾ ਉਹਦੇ ਚੌਰ ਸਾਹਿਬ ਕਰ ਰਿਹਾ ਇੱਕ ਸਿੰਘ, ਇੱਕ ਜਿਹੜਾ ਪਿੱਛੇ ਲਾਈਨ ਦੇ ਵਿੱਚ ਆ ਉਹਦੇ ਹੀ ਚੌਰ ਸਾਹਿਬ ਉੱਤੇ ਕਰ ਰਿਹਾ, ਜਿਹੜੇ ਲਾਈਨ ਦੇ ਵਿੱਚ ਆ ਉੱਤੇ ਕੋਈ ਚੌਰ ਸਾਹਿਬ ਵੀ ਨਹੀਂ ਕਰ ਰਿਹਾ, ਕੋਈ ਨਾਲ ਉਦਾਂ ਹੀ ਸਿਰ ਤੇ ਚੁੱਕ ਕੇ ਤੇ ਮਾਫੀ ਚਾਹੁੰਦੇ ਸ਼ਬਦ ਹੀ ਵਰਤ ਰਹੇ। ਹਾਂਜੀ, ਉਸ ਤਰ੍ਹਾਂ ਹੀ ਲੈ ਕੇ ਆਉਂਦਾ ਆ। 5 ਸਿੰਘ ਨਹੀਂ, ਨਾ ਕੋਈ ਉਹਨਾਂ ਦੇ ਚੌਰ ਸਾਹਿਬ, ਨਾ ਚੌਰ ਸਾਹਿਬ ਕਰਨ ਡਿਆ, ਨਾ ਛਤਰਿਆ ਉੱਤੇ ਤੇ ਕੋਈ ਨਹੀਂ ਆ। ਫਿਰ ਉਹ ਗੱਡੀਆਂ ਉੱਥੇ 14-15 ਗੱਡੀਆਂ ਸੀਗੀਆਂ ਜਿਹੜੀਆਂ ਉੱਥੇ ਲੱਗੀਆਂ ਸੀਗੀਆਂ ਵੱਖੋ ਵੱਖਰੇ। ਉੱਥੇ ਆਣ ਕੇ ਜਿਵੇਂ ਆਪਾਂ ਇੱਕ ਬੱਸ ਅੱਡੇ ਤੇ ਜਾਂਦੇ ਆ ਤੇ ਆਪਾਂ ਬੱਸ ਵੇਖਦੇ ਆ ਨਾ ਵੀ ਕਿਹੜੀ ਤੇ ਚੜ੍ਹਨਾ, ਤੇ ਉਹ ਉਲਝ ਗਏ ਕਿਉਂਕਿ ਸਾਡੇ ਕੋਲ ਜਿਹੜੀ ਗੱਲ ਕਰ ਉੱਤੇ ਸਰੂਪ ਹੈ ਤੇ ਵੇਂਦੇ ਵੀ ਕਿਹੜੀ ਗੱਡੀ, ਹਾਂ ਕਿਹੜੀ ਗੱਡੀ ਤੇ ਰੱਖਣਾ, ਇਹਦੇ ਸਾਡੇ ਕੋਲ ਸਬੂਤ ਆ, ਸਾਰੇ ਪ੍ਰੂਫ ਆ, ਇਹਦੇ ਨਾਲ ਅਸੀਂ ਬਣਾਏ ਆ। ਇਸ ਗੱਲ ਦੀ ਤੁਹਾਡੇ ਕੋਲ ਵੀਡੀਓ ਹੈ ਵੀ ਕੱਲਾ ਬੰਦਾ ਸਰੂਪ? ਬਿਲਕੁਲ ਵੀਡੀਓ ਵੀ ਹੈਗੀ ਆ। ਜਦੋਂ ਆਣ ਕੇ ਫਿਰ ਉਹਨਾਂ ਨੇ ਮਹਾਰਾਜ ਸਾਹਿਬ ਕਿਸੇ ਨੇ ਕਿਸੇ ਗੱਡੀ ਦੇ ਵਿੱਚ ਬਿਰਾਜਮਾਨ ਕੀਤਾ, ਕਿਸੇ ਨੂੰ ਆਵਾਜ਼ ਮਾਰੀ ਗਈ ਤੂੰ ਇੱਧਰ ਕਰ ਲਾ, ਉਹ ਇਸ ਤਰੀਕੇ ਨਾਲ ਫਿਰ ਸਾਡੇ ਮਨ ਨੂੰ ਬਹੁਤ ਭਾਰੀ ਠੇਸ ਪਹੁੰਚੀ। ਤੁਸੀਂ ਉਦੋਂ ਮੌਜੂਦ ਸੀ ਉੱਥੇ? ਉੱਥੇ ਬਿਲਕੁਲ ਮੌਜੂਦ ਸੀਗੇ। ਕੁਲਦੀਪ ਸਿੰਘ ਵੀ ਮੌਜੂਦ ਸੀ ਉੱਥੇ? ਹਾਂ, ਉਹ ਵੀ ਕੁਲਦੀਪ ਸਿੰਘ ਵੀ ਮੌਜੂਦ ਸੀਗੇ। ਤੇ ਇੱਕ ਕੋਈ ਇਹਨਾਂ ਦਾ ਉਹਨੂੰ ਡਾਕਟਰ ਕਹਿੰਦੇ ਆ, ਉਹ ਦਾੜੀ ਵੀ ਕਾਲੀ ਕਰਦਾ ਵਾ, ਅੰਮ੍ਰਿਤ ਉਹਨੇ ਛਕਿਆ ਨਹੀਂ, ਵੈਸੇ ਉਹਨੇ ਚੋਲਾ ਪਾਇਆ ਵਾ। ਕਿਉਂਕਿ ਅਸੀਂ ਪਹਿਲੀ ਵਾਰ ਆਏ ਉੱਥੇ, ਪਹਿਲੀ ਵਾਰ ਗਏ, ਅਸੀਂ ਜ਼ਿਆਦਾ ਉੱਥੇ ਗਏ ਨਹੀਂ ਕਿ ਬਹੁਤੇ ਬੰਦਿਆਂ ਨੂੰ ਅਸੀਂ ਜਾਣਦੇ ਨਹੀਂ। ਤੇ ਜਦੋਂ ਉਸ ਬੰਦੇ ਨੇ ਉਹਨੇ ਮੁੜ ਕੇ ਇਸ ਗੱਲ ਦੀ ਤੂੰ ਮੈਂ ਕੀਤੀ, ਜਿਹੜੇ ਨੌਜਵਾਨ ਮੁੰਡੇ ਸਾਨੂੰ ਦੱਸ ਰਹੇ ਸੀਗੇ, ਜਿਨ੍ਹਾਂ ਨੇ ਸਾਨੂੰ ਇਹ ਸਾਰਾ ਘਟੀਆ ਕਰਮ ਬਾਰੇ ਦੱਸਿਆ ਕਿ ਪਿੱਛੇ ਹੋ ਰਿਹਾ, ਉਹਨਾਂ ਨੂੰ ਗਾਲਾਂ ਵੀ ਕੱਢੀਆਂ ਗਈਆਂ। ਤੇ ਪ੍ਰਬੰਧਕਾਂ ਵੱਲੋਂ? ਹਾਂ, ਇਹਨਾਂ ਵੱਲੋਂ। ਉਹ ਜਿਹੜਾ ਦਾੜੀ ਕਾਲੀ ਵਾਲਾ ਵਾ ਡਾਕਟਰ ਜਿਹਨੂੰ ਕਹਿੰਦੇ ਆ, ਉਹਨੇ ਉਹਦਾ ਨਾਂ ਦਾ ਤੇ ਅਸੀਂ ਜਾਣਦੇ ਨਹੀਂ। ਸੇਵਕ ਉਦਾਂ ਮਤਲਬ ਇਸ ਸੰਪਰਦਾ ਦੇ ਹੀ ਸੀਗੇ? ਐਸਾ ਵਾ ਉਹ ਉੱਥੇ ਜ਼ਿੰਮੇਵਾਰ ਆ। ਹਾਂ, ਜਿਵੇਂ ਕੋਈ ਥੱਲੇ ਕੋਈ ਮੁਖੀ ਹੁੰਦਾ, ਇਹਨਾਂ ਨੇ ਬਣਾਇਆ ਹੁੰਦਾ ਛੋਟੇ ਲੈਵਲ ਤੇ ਉਹਨੇ ਜਦੋਂ ਇਹ ਗੱਲਬਾਤ ਹੋਈ ਆ, ਫਿਰ ਸਾਰੇ ਸਿੰਘਾਂ ਨੇ ਅਸੀਂ ਉੱਥੋਂ ਸਮਝਿਆ ਵੀ ਇਹ ਸਾਡੇ ਨਾਲ ਝਗੜਾ ਕਰਨਗੇ। ਉਹਨੇ ਚਿਰ ਨੂੰ ਮਹਾਰਾਜ ਦੇ ਪਾਵਨ ਸਰੂਪ ਗੱਡੀਆਂ 'ਚ ਬਿਰਾਜਮਾਨ ਹੋ ਗਏ ਸੀਗੇ, ਤੇ ਅਸੀਂ ਫਿਰ ਆਪਣੀਆਂ ਗੱਡੀਆਂ ਲੈ ਕੇ ਤੇ ਅੱਗੇ ਆ ਗਏ ਆ। ਅੱਗੇ ਜਦੋਂ ਲੈਣ ਆ ਰੇਲ ਦੀ, ਉੱਥੇ ਫਾਟਕ ਬੰਦ ਸੀਗਾ, ਉੱਥੇ ਸਾਰੀਆਂ ਗੱਡੀਆਂ ਰੁਕ ਗਈਆਂ ਤੇ ਗਾੜੀ ਪੁਲਿਸ ਦੀ ਗੱਡੀ ਲੱਗੀ ਜਿਹੜੀ ਇਹਨਾਂ ਨੇ ਮੰਗ ਕਰਕੇ ਤੇ ਪਾਇਲਟ ਗੱਡੀ ਲਵਾਈ ਸੀਗੀ ਗਾੜੀ। ਤੇ ਅਸੀਂ ਉਹਨਾਂ ਮੁਲਾਜ਼ਮਾਂ ਨੂੰ ਮਿਲੇ ਕਿ ਅਸੀਂ ਤੁਹਾਨੂੰ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਇੱਥੇ ਕੋਈ ਧਾਂਦੇ ਦੇ ਗੱਲ ਨਾ ਆਵੇ, ਕਿਉਂਕਿ ਅਸੀਂ ਨਾ ਝਗੜਾ ਨਹੀਂ ਕਰਨਾ ਚਾਹੁੰਦੇ। ਤੁਸੀਂ ਨਾਲ ਜਾ ਰਹੇ ਸੀ? ਤੁਸੀਂ ਗੱਡੀਆਂ ਕਿਸ ਵਾਸਤੇ ਨਾਲ ਲਿਜਾ? ਅਸੀਂ ਨਾਲ ਗੱਡੀਆਂ ਲਾਈਆਂ ਸੀਗੀਆਂ, 2 ਗੱਡੀਆਂ ਅਸੀਂ ਨਾਲ ਲਾ ਲਈਆਂ ਸੀ। ਬਾਕੀ ਸਾਡੇ ਸਿੰਘ ਜਿਹੜੇ ਆ ਉਹ ਆਸੇ-ਪਾਸੇ ਹੋ ਗਏ, ਪਰ ਉੱਥੇ ਫਾਟਕ ਬੰਦ ਹੋਣ ਕਰਕੇ ਅਸੀਂ ਸਾਰੇ ਸਿੰਘ ਉੱਥੇ ਇਕੱਠੇ ਹੋ ਗਏ। ਮੈਂ ਹੋਰ ਪੁੱਛਣਾ ਚਾਹੁੰਦਾ, ਜਿਹੜੀਆਂ ਉਹ ਗੱਡੀਆਂ ਉੱਥੇ ਆਈਆਂ ਸੀਗੀਆਂ, ਕੀ ਉਹ ਗੱਡੀਆਂ ਦੇ ਕੋਈ ਨੰਬਰ ਲੱਗੇ ਸੀ, ਜਾਂ ਉਹ ਗੱਡੀਆਂ ਇਹਨਾਂ ਨੂੰ ਪਤਾ ਸੀ ਵੀ ਕਿਹੜੀ ਸੰਗਤ ਦੀਆਂ? ਕਿਉਂਕਿ ਇਹ ਵੀ ਸੁਣਨ ਚ ਆਇਆ, ਉਹ ਕਹਿ ਰਹੇ ਸੀ ਕੋਈ ਮਰਜ਼ੀ ਗੱਡੀ ਲਿਆਓ। ਉਹ ਜਦੋਂ ਅਸੀਂ ਇਹ ਤੇ ਬਿਲਕੁਲ ਕਲੀਅਰ ਹੈ ਜੀ, ਹਾਸੋ ਹੀ ਨਹੀਂ ਗੱਲ ਹੈ ਇਹਨਾਂ ਪ੍ਰਬੰਧਕਾਂ ਵਾਸਤੇ। ਹੁਣ ਜਿਸ ਤਰ੍ਹਾਂ ਇਹ ਮੁੱਕਰ ਰਿਹਾ, ਕੋਈ ਕਹਿ ਰਿਹਾ ਮੇਰਾ ਨਹੀਂ ਫਰਜ਼ ਬਣਦਾ ਜੀ, ਮੇਰੀ ਨਹੀਂ ਹੀ ਡਿਊਟੀ, ਦੂਜੇ ਦੀ ਆ ਡਿਊਟੀ। ਉੱਥੇ ਹੈਰਾਨਗੀ ਦੀ ਗੱਲ ਇਹ ਕਿ ਜਦੋਂ ਅਸੀਂ ਸਵੇਰੇ ਗਏ ਆ ਤੇ ਗੱਡੀਆਂ ਉਹ ਆ ਰਹੀਆਂ ਵਾ, ਅਸੀਂ ਵੀ 2 ਸਿੰਘ ਭੇਜੇ ਆ ਤੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਪੁੱਛੋ ਵੀ ਅਸੀਂ ਆਪਣੀ ਗੱਡੀ ਲਾ ਲਈਏ, ਤੇ ਉਹਨਾਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਲਾ ਸਕਦੇ ਆ। ਸਾਨੂੰ ਨਹੀਂ ਪੁੱਛਿਆ ਉਹਨਾਂ ਨੇ ਕਿੱਥੋਂ ਆਏ ਆ, ਕਿੱਥੇ ਖੜਨੇ ਆ ਪਾਵਨ ਸਰੂਪ। ਅਸੀਂ ਆ ਕਿ ਅਸੀਂ ਸੇਵਾ ਕਰਨੀ ਚਾਹੁੰਦੇ ਆ,
ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕਰਨੀ ਚਾਹੁੰਦੇ ਤੁਸੀਂ ਲੈ ਆਓ, ਤੁਸੀਂ ਵੀ ਗੱਡੀ ਲੈ ਆਓ। ਕੋਈ ਮਤਲਬ ਕੋਈ ਸ਼ਰਾਰਤੀ ਬੰਦਾ ਜਾ ਕੇ ਕਹੇ ਮੈਂ ਵੀ ਸਰੂਪ ਰੱਖਣਾ ਤਾਂ ਇਹ ਪੁੱਛ ਵੀ ਨਹੀਂ ਸਿਰੇ ਵੀ ਕਿੱਥੋਂ ਆਇਆ ਕਿੱਥੇ ਬਿਲਕੁਲ ਬਿਲਕੁਲ ਵੀਰ ਜੀ, ਫਿਰ ਅਸੀਂ ਗੱਡੀਆਂ ਲੈ ਆਏ ਆ ਉੱਥੇ, ਫਿਰ ਅਸੀਂ ਗੱਡੀਆਂ ਲਿਆਏ ਆ ਇਸੇ ਕਰਕੇ। ਤੁਸੀਂ ਗੱਡੀ ਸਰੂਪ ਨਹੀਂ ਰੱਖਿਆ? ਨਹੀਂ ਰੱਖਿਆ ਇਸ ਕਰਕੇ ਪਰ ਸਾਡੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਅਸੀਂ ਉਹਨਾਂ ਗੱਡੀਆਂ ਦੇ ਵਿੱਚ ਆਪ ਖੁਦ ਚੜ੍ਹ ਕੇ ਆਏ ਆ। ਚੈੱਕ ਕਰਨਾ ਚਾਹੁੰਦੇ ਸੀ ਵੀ ਇਹ ਕਿੰਨੀ ਚੈੱਕ ਕਰਨਾ ਚਾਹੁੰਦੇ ਵੀ ਇਹ ਕਿੰਨੀ ਛਾਣਬੀਨ ਕਰਦੇ, ਕਿੰਨਾ ਕੇ ਪੁੱਛਦੇ ਆ। ਤੇ ਜਦੋਂ ਜੇ ਤੇ ਅਸੀਂ ਬਿਲਕੁਲ ਇਹ ਕਲੀਅਰ ਸੀਗਾ ਵੀ ਜੇ ਅਸੀਂ ਇਹਨਾਂ ਨੂੰ ਕਹਿ ਦਿੰਦੇ ਵੀ ਅਸੀਂ ਵੀ ਸੇਵਾ ਕਰਨੀ ਚਾਹੁੰਦੇ ਆ, ਇਹਨਾਂ ਨੇ ਸਾਡੇ ਵਾਲੀ ਗੱਡੀ 'ਚ ਪਾਵਨ ਸਰੂਪ ਵਿਰਾਜਮਾਨ ਕਰ ਦੇਣੇ, ਚਾਦਰੇ ਦਿੰਦੇ ਇੱਕ। ਤੁਹਾਨੂੰ ਹਾਂ ਕਰਤੀ ਸੀ ਕੀ ਉਹਨਾਂ ਨੇ ਤੁਹਾਡੀ ਗੱਡੀ ਚੈੱਕ ਕੀਤੀ ਵੀ ਉਹਨਾਂ 'ਚ ਕੀ ਹੈ, ਕੋਈ ਬੇਅਦਬੀ ਵਾਲੀ ਚੀਜ਼ ਤੇ ਨਹੀਂ, ਮਰਿਆਦਾ ਦੇ ਨਾ ਨਾ ਬਿਲਕੁਲ ਨਹੀਂ ਕੀਤੀ, ਨਾ ਕੋਈ ਚੈੱਕ ਨਹੀਂ ਕੀਤੀ ਸਾਨੂੰ ਉਹਨਾਂ ਨੇ। ਬਾਕੀ ਗੱਡੀਆਂ ਵੀ ਨਹੀਂ ਚੈੱਕ ਕੀਤੀਆਂ? ਨਾ ਉਹਨਾਂ ਨੇ ਕਿਹਾ ਚਾਦਰ ਇੱਕ ਦਿੰਦੇ ਸੀਗੇ ਕੋਲੋਂ, ਤੇ ਉਹ ਚਾਦਰ ਸਿੰਗਲ ਬੈੱਡ ਦੀ ਜਿਹੜੀ ਚਾਦਰ ਆ, ਉਹ ਚਾਦਰ ਆਪਾਂ ਸੀਟ ਤੇ ਪਿਛਲੀ ਤੇ ਵਿਛਾਉਣੀ ਆ, ਤੇ ਵਿਛਾ ਕੇ ਤੇ ਫਿਰ ਜਦੋਂ ਆਉਣੇ ਆ ਸਰੂਪ ਲੈ ਕੇ ਤੇ ਆਪਾਂ ਆਖ ਦੇਣਾ ਮੇਰੀ ਗੱਡੀ 'ਚ ਵਿਰਾਜਮਾਨ ਕਰ ਦਿਓ, ਮੇਰੀ 'ਚ ਕਰ ਦਿਓ। ਉੱਥੇ ਸਰੂਪ ਰੱਖ ਕੇ ਤੇ ਚਲੋ ਹਾਂ ਰੱਖ ਕੇ ਤੇ ਪਤਾ ਮਰਿਆਦਾ ਤਾਂ ਕਹਾਣ ਅਸੀਂ ਕਿਉਂਕਿ ਸਿੰਘ ਸਾਹਿਬ ਅਸੀਂ ਦੇਖਦੇ ਹਾਂ ਮਾੜੇ ਤੋਂ ਮਾੜਾ ਗੁਰਸਿੱਖ ਮਰਚਾ ਮਾਫ ਕਰਨਾ ਵੀ ਆਰਥਿਕ ਤੌਰ ਤੇ ਗਰੀਬ ਜਿਹਾ ਵੀ ਬੰਦਾ ਹੋਵੇ ਨਾ, ਉਹ ਕਹਿੰਦਾ ਜਦੋਂ ਘਰੇ ਸਰੂਪ ਸੱਚੇ ਪਾਤਸ਼ਾਹ ਦਾ ਹੋਣਾ ਨਵੇਂ ਵਸਤਰ ਲਾਓ, ਹੈਨਾ, ਉਹ ਵਿਚਾਰੇ ਧੋਈ ਜਾਂਦੇ ਫਰਸ਼ਾਂ ਵਾਰੀ ਤੇ ਇਹ ਐਡੀ ਵੱਡੀ ਸੰਸਥਾ, ਇਹਨਾਂ ਨੇ ਐਡੀ ਵੱਡੀ ਜਿਹੜੀ ਕਤਾਹੀ ਕੀਤੀ ਹੈ। ਭਾਈ ਸਾਹਿਬ ਜਿਹੜੀ ਦੁੱਖ ਦੀ ਗੱਲ ਇਹੀ ਆ ਕਿ ਇਹ ਲੋਕ ਉੱਚੇ ਥਾਂ ਤੇ ਚੜ੍ਹੇ ਸੀਗੇ ਤੇ ਡਿੱਗੇ ਆ, ਤੇ ਇਹਨਾਂ ਨੂੰ ਸੱਟ ਵੀ ਸੰਗਤ ਨੂੰ ਲਾਉਣੀ ਚਾਹੀਦੀ ਆ, ਇਹੋ ਜਿਹੀ ਸੰਗਤ ਨੂੰ ਇਹਨਾਂ ਨੂੰ ਸੱਟ ਲਾਉਣੀ ਚਾਹੀਦੀ, ਇਹਨਾਂ ਨੂੰ ਪਤਾ ਲੱਗੇ, ਕਿਉਂਕਿ ਵੇਖੋ ਇਹ ਤੇ ਲੋਕਾਂ ਨੂੰ ਦੱਸਣ ਵਾਲੇ ਆ। ਫਿਰ ਦੂਜੇ ਬੰਨੇ ਉਹੀ ਕਾਰਪੇਟ ਆ ਜਿਹੜੀ ਗੁਰੂ ਸਾਹਿਬ ਦੇ ਨਾਂ ਤੇ ਆਉਂਦੀ ਆ, ਉਹਦੇ ਤੇ ਇਹ ਪਰਿਵਾਰ ਪਾਲਦੇ ਆ, ਉਹਦੇ ਤੇ ਗੱਡੀਆਂ ਤੇ ਐਸ਼ਪ੍ਰਸਤੀ ਕਰਦੇ ਆ। ਪਰ ਇਹ ਲੋਕ ਜਿਹੜਾ ਗਰੀਬ ਸਿੱਖ ਆ, ਉਹ ਤੇ ਗੁਰੂ ਸਾਹਿਬ ਵਾਸਤੇ ਕਿੰਨੀ ਸੇਵਾ ਕਰਦਾ ਸ਼ਰਧਾ ਭਾਵਨਾ ਦੇ ਨਾਲ। ਇਹਨਾਂ ਲੋਕਾਂ ਵੱਲ ਜਦੋਂ ਇੱਥੇ ਜਿੰਨੀ ਸੰਗਤ ਆਈ ਆ, ਜਿਹੜੀ ਉਹ ਵਹਿੰਦੀ ਸੀਗੀ ਸੰਗਤ, ਇਹਨਾਂ ਨੂੰ ਵਹਿੰਦੀ ਹੋਊਗੀ ਹੈ ਨਾ, ਉਹਨਾਂ ਦੇ ਕੀ ਅਸਰ ਹੁੰਦਾ ਕਿ ਬਾਬਾ ਜੀ ਤੇ ਇਸ ਤਰ੍ਹਾਂ ਸੇਵਾ ਕਰਦੇ, ਕੋਈ ਗੱਲ ਨਹੀਂ ਆਪਾਂ ਨੂੰ ਐਵੇਂ ਗ੍ਰੰਥੀ ਕਹਿ ਦਿੰਦਾ ਵੀ 5 ਸਿੰਘ ਚਾਹੀਦੇ ਆ, ਵੀ ਆ ਸਾਰਾ ਕੁਝ ਚਾਹੀਦਾ। ਇਹ ਜ਼ਿਆਦਾ ਲੋਕ ਜਿਹੜੇ ਆ ਗੁਨਾਹਗਾਰ ਆ, ਇਹ ਬਹੁਤ ਵੱਡਾ ਘਾਣ ਕਰ ਰਹੇ ਆ ਮਰਿਆਦਾ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਣ ਕਰ ਰਹੇ ਆ। ਜੇਕਰ ਇੱਥੇ ਇਹਨਾਂ ਦਾ ਵੇਖੋ ਛੋਟੇ ਤੋਂ ਛੋਟਾ ਵੀ ਜਹੇਦਾਰ ਹੋਵੇ ਨਾ, ਤੇ ਉਹਦੇ ਨਾਲ ਕਿਤੇ ਕਲੀਅਰ ਕਰਕੇ ਵੇਖ ਲਿਓ, ਕਿਤੇ ਤੁਸੀਂ ਚੈੱਕ ਕਰ ਲਿਓ, 5 ਜਾਂ 7 ਬੰਦੇ ਉਹਦੇ ਨਾਲ ਹੁੰਦੇ ਆ। ਇੱਕ ਨੇ ਤੌਲੀਆ ਫੜਿਆ ਹੁੰਦਾ, ਦੂਜਾ ਉਹਦਾ ਜੋੜਾ ਫੜ ਕੇ ਪਾਉਂਦਾ। ਇਹਨਾਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ। ਕੀ ਗੁਰੂ ਗ੍ਰੰਥ ਸਾਹਿਬ ਜਿਹਦਾ ਕਰਕੇ, ਗੁਰੂ ਗ੍ਰੰਥ ਸਾਹਿਬ ਦਾ ਕਰਕੇ ਤਾਂ ਸੰਤ ਆ, ਗੁਰੂ ਗ੍ਰੰਥ ਸਾਹਿਬ ਦਾ ਕਰਕੇ ਬਾਬੇ ਆ, ਗੁਰੂ ਗ੍ਰੰਥ ਸਾਹਿਬ ਦਾ ਕਰਕੇ ਅਸੀਂ ਆ, ਨਾ ਕਿ ਅਸੀਂ ਸਾਡਾ ਕਰਕੇ ਗੁਰੂ ਗ੍ਰੰਥ ਸਾਹਿਬ ਆ। ਗੁਰੂ ਸਾਹਿਬ ਤੇ ਸਾਡੇ ਗੁਰੂ ਨੇ। ਇਹ ਤੇ ਵੇਖੋ ਜੇ ਅਸੀਂ ਪ੍ਰਤੱਖ ਗੁਰੂ ਸਾਹਿਬਾਂ ਨੂੰ ਵੀ ਕਿਸੇ ਨੇ ਸਵਾਲ ਕੀਤਾ ਸੀਗਾ, ਜਦੋਂ ਸਿੱਖ ਸੰਗਤਾਂ ਨੇ ਕੀਤਾ ਸੀ, ਗੁਰੂ ਸਾਹਿਬਾਂ ਨੇ ਮੀਲ ਪੱਥਰ ਗੱਡਿਆ ਸਾਡੇ ਵਾਸਤੇ, ਇਤਿਹਾਸ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿੰਨਾ ਸਤਿਕਾਰ ਕੀਤਾ ਜਦੋਂ ਪਹਿਲਾ ਪ੍ਰਕਾਸ਼ ਕੀਤਾ। ਗੁਰੂ ਸਾਹਿਬ ਆਪ ਸਰੀਰਕ ਤੌਰ ਦੇ ਵਿੱਚ ਸੀਗੇ, ਤੇ ਜਦੋਂ ਉਹਨਾਂ ਨੇ ਥੱਲੇ ਮਹਾਰਾਜ ਸਾਹਿਬ ਨੂੰ ਆਪਣੇ ਪਲੰਘੇ ਤੇ ਬਿਰਾਜਮਾਨ ਕਰਕੇ ਆਪ ਥੱਲੇ ਚਾਦਰ ਵਿਛਾ ਲਈ, ਕਿੰਨਾ ਸਤਿਕਾਰ ਕੀਤਾ। ਹੁਣ ਜੇ ਆਪਾਂ ਦੂਰ ਨਾ ਜਾਈਏ, ਬਾਬਾ ਨਾਨਕ ਸਿੰਘ ਜੀ ਨੇ ਕਿੰਨਾ ਸਤਿਕਾਰ ਕੀਤਾ ਮਹਾਂਪੁਰਖਾਂ ਨੇ, ਸਾਡਾ ਵੀ ਉਹਨਾਂ ਦਾ ਮਹਾਂਪੁਰਖਾਂ ਵੀ ਕਈ ਫੁੱਟ ਨੀਵੇਂ ਬਹਿ ਕੇ ਕਰਦੇ ਰਹੇ ਆ। ਪਰ ਇਹ ਲੋਕ ਜਿਹੜੇ ਆ ਉਹਨਾਂ ਦੇ ਵਚਨਾਂ ਤੇ ਪੂਰੇ ਨਹੀਂ ਉਤਰੇ, ਉਹਨਾਂ ਦੀ ਗੱਲ ਨਹੀਂ ਮੰਨ ਰਹੇ, ਕਿਉਂਕਿ ਜੇ ਜਿਸ ਤਰ੍ਹਾਂ ਉਹਨਾਂ ਭਾਵਨਾ ਦੇ ਨਾਲ ਮਾਨ ਸਤਿਕਾਰ ਗੁਰੂ ਸਾਹਿਬ ਦਾ ਕੀਤਾ, ਇਹਨਾਂ ਦਾ ਫਰਜ਼ ਬਣਦਾ। ਇਹਨਾਂ ਨੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਸਮਝਿਆ ਹੀ ਨਹੀਂ। ਇਹਨਾਂ ਨੇ ਸਿਰਫ ਆਪਣੇ ਆਪ ਨੂੰ ਸਮਝ ਲਿਆ ਕਿ ਅਸੀਂ ਆ ਲੋਕ ਸਾਨੂੰ ਪੂਜਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ। ਐਂ ਸਾਨੂੰ ਮਹਿਸੂਸ ਹੋਇਆ ਭਾਈ ਸਾਹਿਬ, ਇੰਨੀ ਦਰਦ ਹੋਇਆ ਵਾ, ਇਹ ਦੁੱਖ ਹੋਇਆ ਇਸ ਗੱਲ ਦਾ ਕਿ ਇਹਨਾਂ ਬੰਦਿਆਂ ਨਾਂ ਤੇ ਪੁੱਛਿਆ ਵੀ ਕਿੱਥੋਂ ਗੱਡੀ ਲੈ ਕੇ ਆਏ ਆ, ਕਿਵੇਂ ਮਰਜ਼ਾਦਾ ਹੋਣੀ ਚਾਹੀਦੀ ਆ, ਕੋਈ ਗੱਲ ਨਹੀਂ। ਫਿਰ ਉੱਥੋਂ ਜਦੋਂ ਮਹਾਰਾਜ ਸਾਹਿਬ ਲੈ ਕੇ ਗਏ ਆ, 2 ਪਾਵਨ ਸਰੂਪ, ਕਿਸੇ ਸੀਟ ਤੇ 3, ਕਿਸੇ ਤੇ 1, ਪਿਛਲੀ ਸੀਟ ਤੇ ਬਿਰਾਜਮਾਨ ਕੀਤੇ ਆ। ਇੱਕ ਬੰਦਾ ਡਰਾਈਵਰੀ ਕਰ ਰਿਹਾ ਇਕੱਲਾ ਹੀ, ਕੋਈ ਦੂਜਾ ਬੰਦਾ ਨਹੀਂ ਨਾਲ, ਕੋਈ ਚੌਰ ਸਾਹਿਬ ਵਾਲਾ ਨਹੀਂ, ਕੋਈ ਕੁਛ ਨਹੀਂ ਆ। ਚੌਰ ਸਾਹਿਬ ਤੇ ਹੈ ਹੀ ਨਹੀਂ ਨਾ, ਲਿਆਏ ਨਹੀਂ, ਅੰਦਰੋਂ ਹੀ ਨਹੀਂ ਲਿਆ ਕੇ ਆਏ। 2 ਚੌਰ ਸਾਹਿਬ ਲਿਆਏ ਸਿਰਫ। ਇਹ ਪਹਿਲਾਂ ਵੀ ਇਸ ਤਰ੍ਹਾਂ ਕਿਤੇ ਕਰਦੇ ਹੋਣਗੇ? ਪਿਛਲੇ ਸਾਲ ਵੀ ਇਹਨਾਂ ਨੇ ਕੀਤਾ, ਜਿਹੜੀਆਂ ਹੁਣ ਅੱਜ ਗੱਲਾਂ ਕਰ ਰਹੇ ਆ। ਬਾਬਾ ਲੱਖਾ ਸਿੰਘ ਜੀ ਆਪਣੀ ਕਰ ਵੀ ਉਹਨਾਂ ਨੇ ਵੀਡੀਓ ਪਾਈ, ਕਹਿੰਦੇ ਮੇਰਾ ਨਹੀਂ ਕਸੂਰ, ਇਸ ਤੱਕ ਕਿਸੇ ਹੋਇਆ ਨਹੀਂ ਇਸ ਤਰ੍ਹਾਂ ਕਸੂਰ। ਮੰਨ ਲਓ ਵੀ ਜਦੋਂ ਪਿਛਲੀ ਵਾਰ ਜਿਹੜੇ ਲੰਗਰ 'ਚ ਸੇਵਾ ਕਰਦੇ ਆ, ਜਿਹੜੇ ਸਿਰੋਂ ਵੀ ਮੁੰਨੇ ਆ, ਮੁੰਡੇ ਅੰਮ੍ਰਿਤਧਾਰੀ ਵੀ ਨਹੀਂ ਆ, ਉਹਨਾਂ ਨੂੰ ਮਰਜ਼ਾਦਾ ਦਾ ਪਤਾ ਵਾ। ਉਹਨਾਂ ਨੇ ਪਿਛਲੀ ਵਾਰ ਇਹਨਾਂ ਨੂੰ ਬੇਨਤੀ ਕੀਤੀ, ਪਰ ਇਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਇਥੋਂ ਤੋਰਤਾ। ਇਹਨਾਂ ਨੇ ਇੱਕ ਗੱਲ ਨਹੀਂ ਮੰਨੀ। ਤੇ ਜਦੋਂ ਐਰਕੀ ਫਿਰ ਹੁਣ ਸਿੰਘ ਗਏ ਆ, ਤੇ ਇਹਨਾਂ ਨੇ ਤਾਂ ਸਾਡੀ ਨਹੀਂ ਸੁਣੀ। ਅਸੀਂ ਸਵੇਰ ਦੀਆਂ ਵਿਲੜੀਆਂ ਕੱਢੀ ਜਾਂਦੇ ਇਹਨਾਂ ਦੀਆਂ ਵੀ ਹਾਂ ਅਸੀਂ ਨਹੀਂ ਹਾਂ ਚਾਹੁੰਦੇ ਕਿ ਵੇਖੋ ਝੱਗਾ ਚੁੱਕਦੇ ਆ, ਢਿੱਡ ਨੰਗਾ ਹੁੰਦਾ ਆਪਣਾ ਸਿੱਖ ਕੌਮ ਦਾ। ਤੇ ਇਹ ਇੱਕ ਨੰਬਰ ਦੀ ਜਥੇਬੰਦੀ ਆ ਸਿੱਖ ਕੌਮ ਦੇ ਵਿੱਚ। ਸਭ ਤੋਂ ਵੱਧ ਗੁਰੂ ਸਾਹਿਬ ਦਾ ਸਤਿਕਾਰ ਨਾਨਕ ਸੰਪਰਦਾ ਕਰਦੀ ਰਹੀ। ਨਾਨਕ ਸੰਪਰਦਾ ਕਰਦੀ ਆ। ਤੇ ਜਦੋਂ ਇਹਨਾਂ ਤੇ ਕੋਈ ਇਹੋ ਜੀ ਗੱਲ ਸਾਹਮਣੇ ਆਊਗੀ, ਕਿੱਦਾਂ ਆਊਗਾ। ਪਰ ਸਾਨੂੰ ਇਹਨਾਂ ਮਜਬੂਰ ਕਰਤਾ। ਹੁਣ ਇੱਕ ਡਰਾਈਵਰ ਆ, ਇੱਕ ਡਰਾਈਵਰ ਨੇ ਜਦੋਂ ਜੋੜਾ ਪਾਇਆ, ਉਹਨੂੰ ਇਹਨੇ ਸਿੰਘ ਨੇ ਕਿਹਾ ਵੀ ਭਾਈ ਜੋੜਾ ਲਾ ਦੇ। ਉਹਨੇ ਸੜਕ ਦੇ ਉੱਤੇ ਵੀਡੀਓ ਬਣੀ ਹੋਈ ਹੈ, ਉਹ ਜਦੋਂ ਫਾਟਕ ਬੰਦ ਉੱਥੇ ਬਣੀ, ਕਿੱਥੇ ਬਣੀ? ਫਾਟਕ ਬੰਦ ਜਿੱਥੇ ਕੁਛ ਅੰਦਰ ਦੀਆਂ ਵਾ ਵੀਡੀਓ, ਜਿਹੜੀ ਉੱਥੇ ਤੂੰ ਮੈਂ ਕਰਦਾ ਉਹ ਡਰਾਈਵਰ ਕੋਲ। ਉਹ ਕਹਿੰਦਾ ਕਿ ਮੈਂ ਜਾਓ ਨਹੀਂ ਲਾਉਂਦਾ ਜੋੜਾ, ਜਿੱਥੇ ਜ਼ੋਰ ਲੱਗਦਾ ਲਾ ਲਓ। ਤੇ ਉੱਥੇ ਅਸੀਂ ਉਹਨਾਂ ਨਾਲ ਲੜਨਾ ਨਹੀਂ ਹਾਂ ਚਾਹੁੰਦੇ। ਉਹਦਾ ਕਹਿਣ ਦਾ ਮਤਲਬ ਸੀ ਜਿੰਨਾ ਮਰਜ਼ੀ ਜ਼ੋਰ ਲਾ ਲਓ, ਮੈਂ ਬੇਅਦਬੀ ਕਰਨੀ। ਉੱਥੇ ਭਾਈ ਸਾਹਿਬ ਉਹ ਤਗੜੇ ਬੰਦੇ ਆ, ਤਗੜੇ ਬੰਦਿਆਂ ਦੀ ਗੱਲ ਆ। ਹੁਣ ਇਹ ਬਾਬੇ ਜਿਹੜੇ ਇਹ ਵੀ ਤਗੜੇ ਆ। ਕਰੋੜਾਂ ਵਾਲੀਆਂ ਗੱਡੀਆਂ ਸੀ, ਬੜੀਆਂ ਮਹਿੰਗੀਆਂ। ਹਾਂ ਬਿਲਕੁਲ। ਤੇ ਫਿਰ ਇਹ ਵੀ ਇਹਨਾਂ ਦੀ ਵੀ ਪਹੁੰਚ ਬੜੀ ਆ।
ਇਹਨਾਂ ਦੀ ਪਹੁੰਚ ਬੜੀ ਆ ਤੇ ਅਸੀਂ ਹੈਰਾਨਗੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਵੀਰਾਂ ਨੇ ਥੋੜ੍ਹੇ ਜਿਹੇ ਜਿਹੜੇ ਮੀਡੀਆ ਵਾਲੇ ਵੀਰ ਆ ਜਿਨ੍ਹਾਂ ਨੇ ਸਾਡੀ ਆ ਅਪਡੇਟ ਦਿਖਾਈ ਹੈ ਤੇ ਬਹੁਤਿਆਂ ਨੂੰ ਇਹਨਾਂ ਨੇ ਕਹਿ ਕੇ ਰੋਕਤੀ ਆ, ਸਾਡੀਆਂ ਤਾਂ ਖਬਰਾਂ ਤੱਕ ਨਹੀਂ ਲੱਗੀਆਂ। ਤੇ ਅੱਜ ਹੁਣ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੀ ਜੇ ਕੋਈ ਗੱਲ ਕਰਦੇ ਆ ਅਜੇ ਉਹ ਵੀ ਮਤਲਬ ਕਿ ਉਹਨਾਂ ਦਾ ਕਰਕੇ ਦਬਾਅ ਆ ਸਾਰੀ ਚਾਰ ਚੁਫੇਰੇ। ਤੇ ਅਸੀਂ ਤੇ ਹੁਣ ਸਿੱਖ ਪੰਥ ਦੀ ਕਚਹਿਰੀ ਦੇ ਵਿੱਚ ਇਹ ਮਸਲਾ ਜਿਹੜਾ ਵਾ ਉਹ ਉਜਾਗਰ ਕੀਤਾ ਵਾ, ਸਾਰਿਆਂ ਦੇ ਸਾਹਮਣੇ ਲਿਆਂਦਾ। ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਮਾਣ ਮਰਜ਼ਾਦਾ ਵਾ ਉਹਨੂੰ ਲਾਗੂ ਹੋਵੇ, ਜਿਹੜਾ ਉੱਥੇ ਹਰ ਸਾਲ ਦੀ ਤਰ੍ਹਾਂ, ਇਹ ਨਹੀਂ ਐਰਕੀ ਹੋਈ ਆ, ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਹੋਈ ਆ। ਤੇ ਅੱਗੇ ਤੋਂ ਜਿਹੜਾ ਇਹਦਾ ਪ੍ਰੋਪਰ ਹੱਲ ਕੱਢਿਆ ਜਾਵੇ ਤੇ ਜਿਹੜੇ ਕਸੂਰਵਾਰ ਬੰਦੇ ਆ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਤੇ ਉਹਨਾਂ ਨੂੰ ਸਰਾਖਾਂ ਦੇ ਪਿੱਛੇ ਭੇਜਿਆ ਜਾਵੇ। ਰਾਜਾ ਸਿੰਘ ਮੌਜੂਦ ਨੇ। ਰਾਜਾ ਸਿੰਘ ਉਹ ਸ਼ਖਸੀਅਤ ਹੈ ਜਿਹੜੀ ਮੋਗਾ ਇਲਾਕੇ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਦੋਂ ਵੀ ਜਿਹੜਾ ਗਵਾਹਾਂ ਦੇ ਨਾਲ ਲਗਾਤਾਰ ਖਲੋਤੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਸਾਰੇ ਸਿੰਘ ਜਿਹੜੇ ਆ ਉਹ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਗੁਰੂ ਦੇ ਸਿੱਖ ਹੋਣ ਦੇ ਨਾਤੇ ਜਿਹੜਾ ਆਪਣਾ ਫਰਜ਼ ਅਦਾ ਕਰਦੇ ਆ। ਪਰ ਇੱਕ ਅਜਿਹੀ ਸੰਸਥਾ ਨਾਨਕਸਰ ਕਲੇਰਾਂ ਜਗਰਾਉਂ ਜਿਹੜੀ ਬਹੁਤ ਮਹਾਨ ਸੰਸਥਾ ਜਿੱਥੋਂ ਦੇ ਮਹਾਂਪੁਰਸ਼ ਹੋਏ ਆ ਉਹ ਬਹੁਤ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਰਦੇ ਰਹੇ ਨੇ। ਅਨੇਕਾਂ ਸੰਗਤ ਨੂੰ ਉਹਨਾਂ ਨੇ ਗੁਰੂ ਸਾਹਿਬ ਦੇ ਲੜ ਲਾਇਆ। ਪਰ ਮੌਜੂਦਾ ਹਾਲਾਤ ਉੱਥੋਂ ਦੇ ਕੀ ਨੇ? ਅਸੀਂ ਜਦੋਂ ਵੀਡੀਓ ਰਾਜਾ ਸਿੰਘ ਤੁਸੀਂ ਸੋਸ਼ਲ ਮੀਡੀਆ ਤੇ ਪਾਈ ਅਸੀਂ ਹੈਰਾਨ ਸੀ ਵੀ ਨਾਨਕਸਰ 'ਚ ਕੁਝ ਹੋ ਰਿਹਾ। ਬਿਲਕੁਲ ਜੀ, ਉਹ ਵੀਡੀਓ ਕੋਈ ਜੀ ਨਹੀਂ ਸੀ ਕਰਦਾ ਵਾਇਰਲ ਕਰਨ ਨੂੰ, ਕਿਉਂਕਿ ਬਾਬਾ ਨਾਨਕ ਸਿੰਘ ਦਾ ਸਾਰੇ ਸਤਿਕਾਰ ਕਰਦੇ ਆ, ਉਹ ਰੱਬੀ ਰੂਹ ਸੀ ਬਾਣੀ ਪੜ੍ਹਨ ਵਾਲੇ। ਪਰ ਇਹਨਾਂ ਬੰਦਿਆਂ ਨੇ ਮਜਬੂਰ ਕੀਤਾ, ਜਦੋਂ ਉੱਥੇ ਕਿਸੇ ਦੀ ਵੀ ਨਹੀਂ ਸੁਣੀ, ਜਦੋਂ ਸਾਰਿਆਂ ਨੇ ਕਿਹਾ ਵੀ ਨਾ ਤੁਸੀਂ ਮਹਾਰਾਜ ਦੇ ਸਰੂਪ ਗੱਡੀਆਂ 'ਚ ਲੈ ਕੇ ਜਾਓ। ਮੇਰੇ ਕੋਲੇ ਆ ਵੀਡੀਓ ਛੋਟੀ ਜੀ ਇੱਕ ਮੈਂ ਦਿਖਾ ਵੀ ਦਿੰਦਾ ਜੇ ਤੁਸੀਂ ਕਹਿੰਦੇ ਆ ਤਾਂ, ਜਦੋਂ ਰੋਕ ਰਹੇ ਸੀ ਉਦੋਂ ਇਹਨਾਂ ਬੰਦਿਆਂ ਨੇ ਉਹ ਗੱਲ ਤੇ ਅਸਰ ਹੀ ਨਹੀਂ ਕੀਤਾ। ਆ ਦੇਖੋ ਆ ਸਿੰਘਾਂ ਨਾਲ ਬਹਿਸਦੇ ਆ, ਇਹ ਅੰਦਰ ਦੀ ਵੀਡੀਓ ਹੈ ਇੱਕ, ਉਹ ਸਿੰਘਾਂ ਨਾਲ ਬਹਿਸ ਨਾਨਕਸਰ ਗੁਰੂ ਘਰ ਦੇ ਪ੍ਰਬੰਧਕ ਹੈਗੇ ਕੁਛ? ਇਹ ਜਿਹੜੇ ਅਖੰਡ ਪਾਠ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਕਹਿੰਦੇ ਵੀ ਇਹ ਸਾਡੀ ਡਿਊਟੀ ਇਹਨਾਂ ਦੀ ਲੱਗੀ ਹੋਈ ਸੀ। ਇਹ ਬੰਦਿਆਂ ਨੂੰ ਇਹ ਸਿੰਘ ਸਾਰੇ ਕਹਿ ਰਹੇ ਸੀ ਵੀ ਤੁਸੀਂ ਮਹਾਰਾਜ ਦੇ ਸਰੂਪ ਗੱਡੀਆਂ ਦੇ ਵਿੱਚ ਇਦਾਂ ਨਾ ਕਰੋ, ਇਹ ਕਰਤੂਤਾਂ ਨਾ ਕਰੋ। ਪਰ ਉਹ ਗੱਲ ਪੈਂਦੇ ਸੀ। ਆ ਵੀਡੀਓ ਇਹ ਜਿਹੜੀਆਂ ਵੀਡੀਓ ਇਹੋ ਜਿਹੀਆਂ ਇੱਕ ਨਹੀਂ ਅਨੇਕਾਂ ਵੀਡੀਓ ਆ ਸਾਡੇ ਕੋਲੇ, ਤਰੀਕੇ ਦੇ ਨਾਲ ਹੌਲੀ ਹੌਲੀ ਜੇ ਇਹ ਦੇਖਣਾ ਚਾਹੁੰਦੇ ਆ ਤਾਂ ਅਸੀਂ ਪਾਵਾਂਗੇ ਵੀ। ਪਰ ਇਹ ਕਹਿੰਦੇ ਆ ਵੀ ਸਾਨੂੰ ਦੱਸਿਆ ਨਹੀਂ ਗਿਆਗਾ, ਸਾਨੂੰ ਪਹਿਲਾਂ ਸਮਝਾਉਂਦੇ, ਸਮਝਾਇਆ ਕਿਉਂ ਨਹੀਂ? ਸਾਡੇ ਕੋਲੇ ਤਾਂ ਸਾਰੇ ਪ੍ਰੂਫ ਆ। ਪਰ ਹੰਕਾਰ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਸੀ। ਇਹ ਗੁਰੂ ਸਾਹਿਬ ਦਾ ਸਤਿਕਾਰ ਵਾਲੀਆਂ ਇੱਥੇ ਕੋਈ ਗੱਲਾਂ ਨਹੀਂ ਗੀਆਂ, ਧੱਜੀਆਂ ਉਡਾਈਆਂ ਗਈਆਂ, ਸ਼ਰੇਆਮ ਉਡਾਈਆਂ ਗਈਆਂ। ਤੇ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਆ ਵੀ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਸੰਪਰਦਾਵਾਂ ਉਹ ਸਾਰੀਆਂ ਚੁੱਪ ਆ। ਗੁਰੂ ਗ੍ਰੰਥ ਸਾਹਿਬ ਦਾ ਕਰਕੇ ਤਾਂ ਸਾਰੇ ਆ ਤੇ ਉਹ ਸਾਰੇ ਹੀ ਚੁੱਪ ਆ, ਬੋਲਦੇ ਕਿਉਂ ਨਹੀਂ? ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁੱਪ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਦਣ ਵੀ ਉੱਥੇ ਮੌਜੂਦ ਸੀਗਾ ਜਿੱਦਣ ਇਹ ਘਟਨਾ ਵਾਪਰੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਉੱਥੇ ਕਹਿੰਦੇ ਸਟੇਜ ਦੇ ਉੱਤੇ ਮੌਜੂਦ ਸੀ। ਉਸ ਡੇਰੇ 'ਚ ਉਹ ਬਰਸੀ ਤੇ ਗਿਆ ਹੋਇਆ ਸੀ। ਬਿਲਕੁਲ ਜੀ ਬਿਲਕੁਲ। ਤੇ ਉੱਥੇ ਕਿੰਨਾ ਇਹਨਾਂ ਦਾ ਤਾਮਜਾਮ ਆ। ਤੇ ਗੁਰੂ ਸਾਹਿਬ ਵਾਸਤੇ ਇਹਨਾਂ ਕੋਲੇ ਕੋਈ 5 ਸਿੰਘ ਵੀ ਹੈ ਨਹੀਂਗੇ ਜਿਹੜੇ ਮਹਾਰਾਜ ਦੇ ਸਰੂਪ ਨੂੰ ਜਿਹੜਾ ਗੱਡੀਆਂ ਦੇ ਵਿੱਚ। ਕੌਣ ਹੋਇਆ? ਗੁਰੂ ਸਾਹਿਬ ਹੋਏ ਕਿ ਇਹਨਾਂ ਵਾਸਤੇ ਇਹਨਾਂ ਦਾ ਮੁਖੀ ਵਾਸਤੇ ਲੋਕ ਆ ਜਿਹੜੇ ਉੱਥੇ ਉਹ ਆਏ ਹੋਏ ਸੀਗੇ, ਜਿਹੜੇ ਜਿਨ੍ਹਾਂ ਨੂੰ ਕੌਮ ਨਕਾਰ ਚੁੱਕੀ ਆ, ਇਹ ਇਹਨਾਂ ਵਾਸਤੇ ਉਹ ਵੱਡੇ ਆ। ਹਾਂਜੀ। ਤਾਂ ਬੜੀ ਗੱਲ ਜਿਹੜੀ ਸ਼ਰਮਿੰਦਗੀ ਵਾਲੀ ਵੀ ਹੈ ਸਿੱਖਾਂ ਵਾਸਤੇ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਇੱਕ ਪੂਰਾ ਜਿੱਦਾਂ ਨਾ ਹੁਕਮ ਆ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਊਗਾ 5 ਸਿੰਘ ਹੋਣਗੇ, ਅੱਗੇ ਜਲ ਛਿੜਕਿਆ ਜਾਊਗਾ, ਘੜਿਆਲ ਹੋਊਗਾ ਜਾਂ ਸੰਖ ਹੋਊਗਾ। ਔਰ ਕਈ ਥਾਂ ਤੇ ਬਹੁਤ ਸਾਰੇ ਨੌਜਵਾਨ ਵਿਛਾਈ ਕਰਦੇ ਅੱਜ ਕੱਲ੍ਹ, ਉਹਨਾਂ ਨੇ ਮੈਟ ਬਣਾਏ ਹੋਏ, ਵਿਛਾਈ ਕਰਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਜਾਇਆ ਜਾਂਦਾ। ਔਰ ਐਡੀ ਵੱਡੀ ਸੰਸਥਾ, ਕੀ ਇਹਨਾਂ ਦੇ ਕੋਲ ਕੋਈ ਪਾਲਕੀ ਨਹੀਂ ਸੀ? ਪਾਲਕੀ ਸਾਹਿਬ ਤੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਲੋਕਾਂ ਨੇ ਬਣਾ ਲਈ ਹੈਗੀ ਹੈ। ਕੁਲਦੀਪ ਸਿੰਘ ਜੀ, ਤੁਹਾਨੂੰ ਕਿੱਦਾਂ ਲੱਗਦਾ? ਐਡੀ ਵੱਡੀ ਸੰਸਥਾ, ਬੜੀ ਵੱਡੀ ਬਿਲਡਿੰਗ ਹੈ, ਬੜੀਆਂ ਮਹਿੰਗੀਆਂ ਗੱਡੀਆਂ ਨੇ ਉੱਥੇ, ਪੁਰਾਣੀਆਂ ਵੀ ਖਲੋਤੀਆਂ ਕਈ, ਹੈ ਨਾ? ਤਾਂ ਕੀ ਪਾਲਕੀ ਸਾਹਿਬ ਚਲ ਜਾਣੇ ਚਾਹੀਦੇ ਸੀ? ਸਰੂਪ ਇੰਨੇ ਸਰੂਪ ਸੀ ਜਿੱਥੇ ਵੀ ਲੈ ਕੇ ਜਾਣੇ ਸੀ, ਪਾਲਕੀ ਸਾਹਿਬ ਕਿਉਂ ਨਹੀਂ ਵਰਤੀ? ਉਹਦਾ ਵੀਰ ਜੀ ਕਾਰਨ ਇਹ ਆ, ਪਾਲਕੀ ਸਾਹਿਬ ਬਾਰੇ ਅਸੀਂ ਜਦੋਂ ਗਏ ਨੇ ਸਾਡੇ ਮੁੱਖ ਸੇਵਾਦਾਰ ਇਹਨਾਂ ਨੇ ਵੀ ਬੇਨਤੀ ਕੀਤੀ ਕਿ ਤੁਸੀਂ ਗੁਰੂ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਪਾਲਕੀ ਸਾਹਿਬ 'ਚ ਬਿਰਾਜਮਾਨ ਕਰਕੇ ਤੇ ਖੜੋ ਜਿੱਥੇ ਵੀ ਖੜਨੇ ਆ। ਮਸਲਾ ਇਹ ਬਣ ਗਿਆ ਕਿ ਇਹ ਧਨਾੜ ਲੋਕਾਂ ਨੂੰ, ਕਰੋੜਪਤੀ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਤੋਂ ਮੋਟੀਆਂ ਰਕਮਾਂ ਲੈਣੀਆਂ ਗ੍ਰਾਹੀ ਦੇ ਤੌਰ ਤੇ, ਚਾਹੇ ਅਖੰਡ ਪਾਠ ਸਾਹਿਬ ਕਰਾਉਣ ਦੇ ਤੌਰ ਤੇ। ਉਹਨਾਂ ਨੂੰ ਕੇਵਲ ਉਹਨਾਂ ਦੀ ਭਾਵਨਾ ਇਸ ਤਰੀਕੇ ਦੀ ਬਣਾਈ ਵੀ ਤੁਸੀਂ ਗੱਡੀ 'ਚ ਪਾਵਨ ਸਰੂਪ ਖੜੋ, ਆਪਣੀ ਮਹਿੰਗੀ ਗੱਡੀ ਲਓ 'ਚ ਪਾਵਨ ਸਰੂਪ ਖੜੇ। ਪਰ ਉਹਨਾਂ ਨੂੰ ਇਹ ਤੇ ਦੱਸ ਦਿੱਤਾ ਕਿ ਤੁਸੀਂ ਪਾਵਨ ਸਰੂਪ ਆਪਣੀ ਗੱਡੀ ਦੇ ਵਿੱਚ ਖੜੋ, ਪਰ ਇਹ ਨਹੀਂ ਦੱਸਿਆ ਵੀ ਗੁਰੂ ਸਾਹਿਬ ਦਾ ਸਤਿਕਾਰ ਐਵੇਂ ਕਰਨਾ। ਕੋਈ ਸਤਿਕਾਰ ਸਹਿਤ, ਜੇ ਕੋਈ ਚਲੋ ਭਲਾ ਦੀ ਕਰੋੜਪਤੀ ਹੈ ਤੇ ਭਲਾ ਲੱਖਪਤੀ ਤੇ ਭਲਾ ਦੀ ਕੋਈ ਦਿਹਾੜੀ ਕਰਦਾ, ਜੇ ਉਹ ਸਰੂਪ ਮਹਾਰਾਜ ਦਾ ਗੱਡੀ 'ਚ ਆਪਣੇ ਵਹੀਕਲ ਤੇ ਰੱਖਣਾ ਚਾਹੁੰਦਾ
ਗੱਡੀ ਦੇ ਵਿੱਚ ਤਾਂ ਘੱਟੋ ਘੱਟ ਮਰਿਆਦਾ ਪਹਿਲਾਂ ਉਹਨੂੰ ਇਸ਼ਨਾਨ ਕਰਾ ਕੇ ਧੋ ਕੇ ਸਾਫ਼ ਸੁਥਰੀ ਫਿਰ ਨੰਗੇ ਪੈਰੀ ਆਪਦਾ ਲੈ ਕੇ ਜਾਵੇ। ਵੇਖੋ ਆਪਾਂ ਪਿੰਡਾਂ ਦੇ ਵਿੱਚ ਨਗਰ ਕੀਰਤਨ ਕਰਦੇ ਆ, ਆਪਣੇ ਕਿਸਾਨ ਭਰਾ ਟਰਾਲੀ ਟਰੈਕਟਰ ਲਿਆਉਂਦੇ ਆ, ਉਹ ਕਹਿੰਦੇ ਵੀ ਅਸੀਂ ਸੇਵਾ ਕਰਨੀ। ਆਪਾਂ ਪਹਿਲਾਂ ਉਹਨਾਂ ਨੂੰ ਆਨੇ ਵੀ ਤੁਹਾਡਾ ਟਰੈਕਟਰ ਪਈ ਟਰਾਲੀ ਟਰੈਕਟਰ ਪਾਲਕੀ ਸਾਹਿਬ ਦੇ ਲੱਗਣਾ, ਉਹਨੂੰ ਤਿਆਰੀ ਕਰ ਲਓ। ਉਹ ਆਪਣੇ ਕਰੋ ਜਿੰਨੀ ਉਹਦੀ ਭਾਵਨਾ ਹੁੰਦੀ ਵੱਧ ਤੋਂ ਵੱਧ ਉਹਨੂੰ ਹਾਰ ਸ਼ਿੰਗਾਰ ਕਰਦਾ, ਉਹਦੀ ਸਾਫ਼ ਸਫਾਈ ਕਰਦਾ, ਮਤਲਬ ਵਧੀਆ ਪ੍ਰੋਪਰ ਆਪਾਂ ਚੰਦੋਆ ਸਾਹਿਬ ਲਾਉਣੇ, ਸਾਰਾ ਕੁਝ ਕਰਦੇ ਆ। ਪਰ ਇਸੇ ਇਹਨਾਂ ਲੋਕਾਂ ਨੇ ਧੱਜੀਆਂ ਡਾਈਆਂ, ਜਿਵੇਂ ਆਪ ਜੀ ਨੂੰ ਦੱਸਿਆ ਕਿ ਇੱਕ ਖੁਦ ਡਰਾਈਵਰ ਕਹਿੰਦਾ ਕਿ ਮੈਂ ਜਿੰਨਾ ਚਿਰ ਜੋੜਾ ਪਾਉ ਤਾਂ ਬਿਨਾਂ ਮੈਂ ਗੱਡੀ ਨਹੀਂ ਚਲਾ ਸਕਦਾ, ਜੇ ਗੱਡੀ ਚਲਾਉ ਤਾਂ ਐਕਸੀਡੈਂਟ ਹੋ ਸਕਦਾ। ਗੱਡੀਆਂ ਦੇ ਉੱਤੇ ਤਾਂ ਇਹਨਾਂ ਨੇ ਫੁੱਲ ਲਾਏ ਹੋਏ ਆ ਤੇ ਵਿੱਚ ਜੁੱਤੀਆਂ ਰੱਖੀਆਂ, ਵਿੱਚ ਇਹਨਾਂ ਨੇ ਜੁੱਤੀਆਂ ਰੱਖੀਆਂ, ਡਿੱਗਿਆਂ ਦੇ ਵਿੱਚ ਬਕਾਇਦਾ ਜੁੱਤੀਆਂ ਕਢਾਈਆਂ, ਤੇ ਜਦੋਂ ਕਢਾਉਣ ਤੇ ਇੱਕ ਦੋ ਗੱਡੀਆਂ ਚੋਂ ਕਢਾਤੀਆਂ ਨਾ, ਫਿਰ ਉਹਨਾਂ ਦੇ ਪ੍ਰਬੰਧਕਾਂ ਨੇ ਰੋਕਤਾ ਵੀ ਤੁਸੀਂ ਡਿੱਗੀਆਂ ਖਲੋ ਕੇ ਤੇ ਤਲਾਸ਼ੀ ਨਹੀਂ ਲੈ ਸਕਦੇ। ਜਿਹੜੀ ਗੱਲ ਆਪਾਂ ਕਰਦੇ ਆ ਨਾ ਵੀ ਗੱਡੀਆਂ ਅਸੀਂ ਉਹਨਾਂ ਦੇ ਨਾਲ ਕਿਉਂ ਲਾਤੀਆਂ, ਅਸੀਂ ਅਸਲ ਦੇ ਵਿੱਚ ਅਸੀਂ ਇਹ ਗੱਲ ਵੇਖਣੀ ਚਾਹੁੰਦਾ ਸੀ ਕਿ ਇਹ ਹੁਣ ਪਾਵਨ ਸਰੂਪ ਲਿਆਏ ਤੇ ਹੈ, ਪਰ ਲਿਜਾਂਦੇ ਕਿੱਥੇ ਨੇ, ਲਿਜਾਂਦੇ ਕਿੱਥੇ ਹੈ? ਤੁਸੀਂ ਫਿਰ ਸਪਸ਼ਟ ਕੀਤਾ ਵੀ ਲੈ ਕੇ ਕਿੱਥੇ ਗਏ ਸਰੂਪ? ਉਹ ਗੱਲ ਨੂੰ ਅਸੀਂ ਸਪਸ਼ਟ ਕਰਨਾ ਚਾਹੁੰਦੇ ਸੀ, ਪਰ ਡੀਐਸਪੀ ਸਾਹਿਬ ਤੇ ਜਾਂ ਹੋਰ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਗੱਡੀਆਂ ਰੋਕਤੀਆਂ। ਅੱਗੇ ਲਾਪੇ ਗੁਰੂ ਸਾਹਿਬ ਦਾ ਕਾਫਲਾ, ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਜੇ ਤੁਸੀਂ ਇਹਨੂੰ ਰੋਕਿਆ ਤੇ। ਪਰ ਅਸੀਂ ਗੁਰੂ ਸਾਹਿਬ ਦੇ ਕਾਫਲੇ ਨੂੰ ਨਾ ਰੋਕਣਾ ਚਾਹੁੰਦੇ ਸੀ, ਨਾ ਗੁਰੂ ਸਾਹਿਬ ਦੇ ਸਤਿਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਚਣ ਪਾਉਣੀ ਚਾਹੁੰਦੇ ਸੀ। ਅਸੀਂ ਕੇਵਲ ਚਾਹੁੰਦੇ ਸੀ ਵੀ ਉਹਨਾਂ ਗੱਡੀਆਂ ਦੇ ਪਿੱਛੇ ਪਿੱਛੇ ਜਾਂ ਨਾਲ ਜਾਇਆ ਜਾਵੇ, ਪਤਾ ਲੱਗੇ ਕਿ ਉਹ ਪਾਵਨ ਸਰੂਪ ਕਿਹੜੇ ਸਥਾਨ ਤੋਂ ਆਏ ਨੇ ਜਾਂ ਵੱਖ-ਵੱਖ ਘਰਾਂ ਦੇ ਵਿੱਚੋਂ ਆਏ ਨੇ। ਲੈ ਕੇ ਕਿੱਥੇ ਗਏ? ਇਸ ਗੱਲ ਦੀ ਵੀਰ ਜੀ ਜਦੋਂ ਪੁਲਿਸ ਪ੍ਰਸ਼ਾਸਨ ਦੇ ਦਬਾਅ ਅਧੀਨ ਸਿੰਘਾਂ ਨੂੰ ਰੋਕ ਲਿਆ, ਮੋੜ ਲਿਆ, ਫਿਰ ਉਹਨਾਂ ਗੱਡੀਆਂ ਇੰਨੀ ਸਪੀਡ ਨਾਲ ਭਜਾਈਆਂ ਕਿ ਉਹ ਪਤਾ ਨਹੀਂ ਲੱਗਾ। ਇਹ ਮਾਮਲਾ ਜਿਹੜਾ ਵਾ ਸਿੱਖ ਸੰਗਤ ਇਹ ਮਸਲੇ ਤੇ ਪ੍ਰਮੁੱਖ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਧਿਆਨ ਦੇਵੇ। ਭਾਵੇਂ ਕਿ ਐਸਜੀਪੀਸੀ ਦੀ ਖੁਦ ਨਾਕਾਮੀ ਆ ਕਿ ਉਹਨਾਂ ਨੇ ਅੱਜ ਤੱਕ ਜਿਹੜੇ ਪਾਵਨ ਸਰੂਪ ਉਹਨਾਂ ਕੋਲ ਗੁੰਮ ਹੋਏ ਉਹਨਾਂ ਦਾ ਹਿਸਾਬ ਨਹੀਂ ਦਿੱਤਾ, ਤੇ ਨਾ ਹੀ ਉਸੇ ਤਹਿਤ ਜਿਹੜੀਆਂ ਸੰਪਰਦਾਵਾਂ ਨੇ ਉਹ ਕਿਉਂਕਿ ਜਵਾਬਦੇਹੀ ਵੇਖੋ ਵੀਰੇ ਲੈਣੀ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਸਾਡਾ ਸੁਪਰੀਮ ਆ। ਜਦੋਂ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕਹਿ ਲਓ ਕਿ ਆਪ ਚੋਰ ਹੋ ਚੁੱਕੀ ਆ, ਤੇ ਉਹ ਇਹਨਾਂ ਚੋਰਾਂ ਨੂੰ ਕਿਵੇਂ ਫੜੂਗੀ ਜਿਹੜੀਆਂ ਸਾਡੀਆਂ ਸੰਪਰਦਾਵਾਂ ਦੇ ਵਿੱਚ ਚੋਰ ਵੜ ਚੁੱਕੇ ਤੇ ਇਹਨਾਂ ਸੰਤਾਤਾ ਦੇ ਪਹਿਰਾ ਨਹੀਂ ਦੇ ਰਹੇ। ਜਿੰਨੀਆਂ ਤੁਸੀਂ ਗੱਲਾਂ ਕਹੀਆਂ, ਤੁਸੀਂ ਕਿਹਾ ਵੀ ਜੋੜੇ ਸੀ ਗੱਡੀਆਂ ਦੇ ਵਿੱਚ, ਬੰਦੇ ਜਿਹੜੇ ਹੈਗੇ ਆ ਉਹ ਚਲੋ ਬਹੁਤ ਪਤਿਤ ਵੀ ਸੀਗੇ, ਕੇਸ ਕਤਲ ਕੀਤੇ ਸੀਗੇ, ਪਰ ਚਲੋ ਇਹ ਰਹਿਤ ਮਰਿਆਦਾ ਕਹਿੰਦੀ ਵੀ ਜੇ ਕੋਈ ਸਤਿਕਾਰ ਸਹਿਤ ਘਰ ਸਰੂਪ ਲਿਜਾਣਾ ਚਾਹੁੰਦਾ ਸਿਰ ਤੇ ਕੇਸ ਕਿਸ ਜਾ ਕੇ ਉਹ ਸਰੂਪ ਲਿਜਾ ਸਕਦਾ। ਜੁੱਤੀਆਂ ਸੀ ਗੱਡੀਆਂ ਦੇ ਵਿੱਚ, ਗੱਡੀਆਂ ਧੋਤੀਆਂ ਨਹੀਂ ਸੀ, ਕੱਲਾ ਬੰਦਾ ਸੀ, ਸਰੂਪ ਤਿੰਨ ਸੀ। ਇਸ ਗੱਲ ਦੇ ਤੁਹਾਡੇ ਕੋਲ ਸਬੂਤ ਹੈਗੇ ਆ? ਕੋਈ ਝੂਠਾ ਇਲਜ਼ਾਮ ਤਾਂ ਨਹੀਂ? ਨਾ ਬਿਲਕੁਲ ਸਾਡੇ ਕੋਲ ਸਬੂਤ ਹੈ ਜੀ, ਹਰ ਇੱਕ ਕੱਲੀ ਗੱਲ ਦਾ ਸਾਡੇ ਕੋਲ ਸਬੂਤ ਆ ਕਿ ਜਿਵੇਂ ਜੋੜੇ ਸੀਗੇ ਗੱਡੀਆਂ 'ਚ, ਕੁਝ ਗੱਡੀਆਂ 'ਚੋਂ ਜੋੜੇ ਅਸੀਂ ਕਢਾਉਂਦਿਆਂ ਦੀ ਵੀਡੀਓ ਬਣਾਈ ਆ, ਕੁਝ ਇਹਨਾਂ ਮੁੜ ਕੇ ਕਢਾਉਣ ਨਹੀਂ ਦਿੱਤੇ, ਮੁੜ ਕੇ ਉੱਥੇ ਇਹਨਾਂ ਨੇ ਰੌਲਾ ਪਾਤਾ। ਫਿਰ ਹੋ ਸਕਦੇ ਉਹਨਾਂ ਦੇ ਵਿੱਚ ਹੀ ਹੋਣ। ਤੁਹਾਡਾ ਇਸ ਸੰਪਰਦਾ ਦੇ ਮੁਖੀ ਜਾਂ ਕਿਸੇ ਸੇਵਾਦਾਰ ਨਾਲ ਕੋਈ ਨਿੱਜੀ ਤੇ ਵਿਵਾਦ ਪਹਿਲਾਂ ਦਾ ਕੋਈ ਰੌਲਾ ਤਾਂ ਨਹੀਂ? ਨਹੀਂ, ਪਹਿਲਾਂ ਤੇ ਅਸੀਂ ਇੱਥੇ ਕਿਤੇ ਉਸ ਤਰ੍ਹਾਂ ਯਾਤਰਾ ਕਰਨ ਆਏ ਹੋਏ ਤੇ ਆਏ, ਅਸੀਂ ਤੇ ਆਏ ਹੀ ਨਹੀਂ ਕਿਤੇ। ਸਾਡਾ ਇਹਨਾਂ ਨਾਲ ਕੋਈ ਵੀ ਜਾਂ ਤੇ ਦੱਸਣ ਨਾ ਵੀ ਕਿਸੇ ਸਮੇਂ ਤੇ ਵੀ ਕੋਈ ਵਿਵਾਦ ਹੋਇਆ ਹੋਵੇ, ਕੋਈ ਵਿਵਾਦ ਨਹੀਂ ਆ। ਸਿਰਫ ਅੱਜ ਵੀ ਸਾਡਾ ਉਹਨਾਂ ਨਾਲ ਕੋਈ ਵਿਵਾਦ ਨਹੀਂ ਆ, ਸਿਰਫ ਮਸਲਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ। ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਪੇ ਇਹਨਾਂ ਦੇ ਦੱਸਣ ਮੁਤਾਬਕ ਆ ਕਿ 2 ਲੱਖ ਦਾ ਇਕੱਠ ਹੋਇਆ ਜੀ। ਹੁਣ 2 ਲੱਖ ਦਾ ਇਕੱਠ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਾ ਸੰਭਾਲ ਨਹੀਂ ਹੋਈ। ਜਿਨ੍ਹਾਂ ਲੋਕਾਂ ਨੇ ਵੇਖਿਆ ਵੀ ਨਾਨਕਸਰ ਵਾਲੇ ਤੇ ਮਗਰਲੀਆਂ ਡਿੱਗੀ ਆਪਣਾ ਗੱਡੀ ਦੀਆਂ ਸੀਟਾਂ ਤੇ 2 ਪਾਵਨ ਸਰੂਪ ਰੱਖ ਕੇ ਕੱਲਾ ਬੰਦਾ ਲੈ ਜਾਂਦੇ ਆ, ਤੇ ਆਪਾਂ ਨੂੰ ਯਾਰ ਕੀ ਲੋੜ ਹੈ? ਆਪਣੇ ਤੇ ਜ਼ਿਆਦਾ ਮਰਜ਼ਾਦਾ ਵਾ, ਸਾਨੂੰ ਗਰੀਬ ਹੋਣ ਦਾ ਕਰਕੇ ਸਾਡੇ ਤੇ ਜ਼ਿਆਦਾ ਜ਼ੋਰ ਲਾ ਦਿੰਦੇ ਆ, ਤੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਇਹ ਗੱਲਾਂ ਬੜੀਆਂ ਵੱਡੀਆਂ ਵਾ, ਸਵਾਲ ਕਰਦੀਆਂ। ਤੇ ਸਾਡੀ ਵੀ ਮਜਬੂਰੀ, ਜਦੋਂ ਸਾਨੂੰ ਸਿੰਘਾਂ ਨੇ ਦੱਸਿਆ, ਹੁਣ ਮੰਨ ਲਓ ਅਸੀਂ ਥਾਵਾਂ ਤੇ ਵਿਚਰਦੇ ਹਾਂ, ਸਮੇਂ ਤੇ ਅਸੀਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 328 ਪਾਵਨ ਸਰੂਪਾਂ ਵਾਲੀ ਗੱਲ ਸੀਗੀ, ਅਸੀਂ ਉੱਥੇ ਵੀ ਗਏ ਆ। ਉੱਥੇ ਜਾ ਕੇ ਵੀ ਉਹਨਾਂ ਨੂੰ ਪੁੱਛਿਆ, ਤਾਂ ਕਰਕੇ ਪੁੱਛਿਆ ਕਿ ਅਸੀਂ ਜੇ ਗਰੀਬ ਸਿੱਖਾਂ ਦੇ ਘਰਾਂ ਦੇ ਗੁਰੂ ਗ੍ਰੰਥਾਂ ਦੀ ਸੇਵਾ ਸੰਭਾਲ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਉਹਨਾਂ ਨੂੰ ਜਾ ਕੇ ਕਹਿੰਦੇ ਆ ਵੀ ਨਹੀਂ ਸੇਵਾ ਸੰਭਾਲ ਕਰੋ। ਤੇ ਉੱਥੇ ਸ਼੍ਰੋਮਣੀ ਕਮੇਟੀ ਨੂੰ ਪੁੱਛਣਾ ਵੀ ਬਣਦਾ, ਪਰ ਹਾਲਾਂਕਿ ਇਹਨਾਂ ਸਿੰਘਾਂ ਦੀ ਇਹਦੀ ਸੱਜੀ ਬਾਂਹ ਖੱਬੀ ਟੁੱਟੀ, ਉੱਥੇ ਤੋੜੀ ਉਹਨਾਂ ਨੇ। ਮੇਰੇ ਇਲਾਕੇ 'ਚ ਸੱਟ ਲਾਈ, ਬਲਬੀਰ ਸਿੰਘ ਮੁੱਛਲ ਦੇ ਖੋਸੇ ਦੇ, ਮਤਲਬ ਸਾਡੇ ਸਾਰੇ ਸਿੰਘਾਂ ਦੇ ਸੱਟਾਂ ਲੱਗੀਆਂ, ਕਈਆਂ ਸਿੰਘਾਂ ਦੇ ਸਿਰ ਪਾੜ ਤੇ। ਉੱਥੇ ਵੀ ਅਸੀਂ ਉਹ ਪ੍ਰਸ਼ਾਦ ਸਮਝ ਕੇ ਗੁਰੂ ਰਾਮਦਾਸ ਦਾ ਜਿਹੜਾ ਵਾ ਉਹਨੂੰ ਪ੍ਰਵਾਨ ਕੀਤਾ, ਲੱਗੇ ਆ ਜੇ ਵੀ। ਪਰ ਜੇਕਰ ਮੈਂ ਉਸੇ ਕੜੀ ਦੇ ਵਿੱਚ ਹੀ ਨਾਨਕਸਰ ਇੱਕ ਸੰਪਰਦਾ 1 ਨੰਬਰ ਤੇ ਆ ਗਈ ਜਥੇਬੰਦੀਆਂ ਦੇ ਵਿੱਚੋਂ, ਇਹਨਾਂ ਦੇ ਡੇਰੇ ਦੀ ਗੱਲ ਆਈ ਸਾਡੇ ਕੋਲ, ਤੇ ਜੇ ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਆ, ਅਸੀਂ ਆਪਸ ਵਿੱਚ ਸਲਾਹ ਕੀਤੀ ਵੀ ਜੇ ਅੱਜ ਚੁੱਪ ਕਰਕੇ ਬੈਠੇ ਰਹੇ, ਅਸੀਂ ਦੇਣਦਾਰ ਹਾਂ, ਗੁਰੂ ਸਾਹਿਬ ਦੇ ਦੇਣਦਾਰ ਹਾਂ। ਕਿਉਂਕਿ ਗੁਰੂ ਨੇ ਪਤਾ ਨਹੀਂ ਇਹ ਸਾਨੂੰ ਆਪ ਹੀ ਬੁਲਾ ਲਿਆ, ਕੁਝ ਉਹਨਾਂ ਗੁਰਮੁਖ ਪਿਆਰਿਆਂ ਗੁਰਸਿੱਖਾਂ ਦੇ ਹੱਥ ਸੁਨਾਹ ਘਲਾ ਕੇ ਕਿ ਤੁਸੀਂ ਆਹ ਕੰਮ ਕਰਨਾ। ਪਰ ਅਸੀਂ ਅਨੇਕਾਂ ਜਿਹੜੇ ਪੰਥਕ ਆਪਣੇ ਆਪ ਨੂੰ ਵਿਖਾਉਂਦੇ ਉਹਨਾਂ ਨਾਲ ਵੀ ਸੰਪਰਕ ਕੀਤਾ ਕਿ ਸਾਡੇ ਨਾਲ ਜਾਓ। ਕਿਸੇ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਉੱਥੇ ਉਹ ਲੜਾਈ ਹੋ ਜਾਣੀ ਆ, ਉੱਥੇ ਪੰਥਕ ਸੀਗੇ। ਮੈਂ ਨਾਂ ਨਹੀਂ ਮੈਂ ਲਾਉਣਾ ਚਾਹੁੰਦਾ, ਮੇਰੀ ਮਜਬੂਰੀ ਹੈ, ਸੌਰੀ। ਵੈਸੇ ਉਹ ਸਟੇਜਾਂ ਤੇ ਆਪਦੇ ਆਪ ਨੂੰ ਕਹਿੰਦੇ ਆ ਵੀ ਅਸੀਂ ਬੜਾ ਗੁਰੂ ਸਾਹਿਬ ਦੇ ਬਿਲਕੁਲ ਉਹ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਤਾਂ ਬਹੁਤ ਜ਼ਿਆਦਾ ਪੰਥਕ ਆ ਤੇ ਅਸੀਂ ਸੇਵਾ ਕਰਦੇ। ਕਿਉਂ ਨਹੀਂ ਗਏ? ਤੇ ਉੱਥੇ ਉਹ ਆਂਦੇ ਵੀ ਉੱਥੇ ਝਗੜਾ ਹੋ ਜਾਣਾ, ਉੱਥੇ ਨਹੀਂ ਜਾਣਾ, ਤੁਸੀਂ ਵੀ ਨਾ ਜਾਓ, ਤੇ ਬੜੀ ਵੱਡੀ ਸੇਵਾ ਕਰਦੇ ਆ, ਤੁਹਾਨੂੰ ਪਤਾ ਹੀ ਨਹੀਂਗਾ ਉਹ ਕਿੰਨੀ ਵੱਡੀ ਸੇਵਾ ਕਰਦੇ ਆ। ਤੇ ਜਦੋਂ ਉਹਨਾਂ ਨੇ ਸਾਨੂੰ ਜਿਹੜੇ ਬੰਦੇ ਤੁਸੀਂ ਗੱਲ ਕਰ ਰਹੇ ਕਿ ਉਹ ਸਤਿਕਾਰ ਕਮੇਟੀ ਦੇ ਸੀ ਜਾਂ ਕੋਈ ਹੋਰ ਕਮੇਟੀ? ਬਿਲਕੁਲ ਸਤਿਕਾਰ ਕਮੇਟੀ ਨਾਲ ਵੀ ਸਿੰਘ ਵਿਚਰਦੇ ਆ। ਹਾਂਜੀ, ਤੇ ਹੋਰ ਵੀ ਜਥੇਬੰਦੀਆਂ ਦੇ ਵਿੱਚ ਵੀ ਹੈਗੇ ਆ, ਤੇ ਉਹ ਵਿਚਰਦੇ ਆ।
ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵੇਲੇ ਜੇ ਨਹੀਂ ਬੋਲਣਾ ਤੇ ਸਟੇਜਾਂ ਤੇ ਭਾਸ਼ਣ ਦੇਣ ਦੇ ਮੈਂ ਤੇ ਵੀਰ ਜੀ ਇੱਥੋਂ ਤੱਕ ਕਹਿਣਾ ਕਿ ਇੱਕ ਸਾਡਾ ਪੱਤਰਕਾਰ ਹੀ ਆ, ਸਭ ਤੋਂ ਵੱਧ ਸਟੇਜਾਂ ਤੇ ਵੱਧ ਉਹ ਸਵਾਲ ਕਰਨ ਵਾਲਾ ਉਹ ਵੀਰ। ਤੇ ਜਦੋਂ ਬਾਬਾ ਲੱਖਾ ਸਿੰਘ ਦੀ ਇੰਟਰਵਿਊ ਕਰਨ ਡਿਆ ਤੇ ਗੋਲ-ਮੋਲ ਗੱਲਾਂ ਕਰੀ ਜਾਂਦਾ, ਪਤਾ ਨਹੀਂ ਕੀ ਉਹਨੂੰ ਉਹ ਤੋਂ ਡਰ ਆਉਂਦਾ। ਸਪਸ਼ਟ ਕਾਰਨ ਨਹੀਂ ਪੁੱਛਿਆ ਉਸ ਪੱਤਰਕਾਰ ਨੇ, ਬਾਬਾ ਜੀ ਇਹ ਕੁਤਾਹੀ ਕਿਉਂ ਕੀਤੀ? ਜਦੋਂ ਉਹਨੂੰ ਪੁੱਛਿਆ ਫੋਨ ਕਰਕੇ ਅਸੀਂ, ਜਦੋਂ ਉਹਨੇ ਇਹ ਗੱਲ ਕਹੀ ਆ ਕਿ ਜਦੋਂ ਬਾਬਾ ਲੱਖਾ ਸਿੰਘ ਜੀ ਨੇ ਇਹ ਗੱਲ ਕਹੀ ਕਿ ਇਹ ਮੇਰੀ ਤੇ ਕੋਈ ਕੁਤਾਹੀ ਨਹੀਂ, ਇਹ ਤੇ ਹੋਰ ਕਿਸੇ ਬੰਦੇ ਦੀ ਆ, ਉਹਨੂੰ ਇਹ ਨਹੀਂ ਸਵਾਲ ਕਰਦਾ ਵੀ ਹੋਰ ਤੁਹਾਡੇ ਡੇਰੇ ਤੇ ਤੁਸੀਂ ਨਾ ਪ੍ਰਬੰਧਕ ਆ। ਕਿਹੜਾ ਪੱਤਰਕਾਰ? ਹਰਪ੍ਰੀਤ ਸਿੰਘ ਮਖੂ ਸੀਗਾ। ਤੁਸੀਂ ਭਾਈ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰ ਰਹੇ? ਹਾਂਜੀ ਬਿਲਕੁਲ ਕਰ ਰਹੇ, ਉਹਨਾਂ ਦੀ ਇੰਟਰਵਿਊ ਵੇਖੋ। ਪ੍ਰਚਾਰਕ ਨੇ ਉਹ ਤਾਂ ਲੋਕਾਂ ਨੂੰ ਸੰਦੇਸ਼ ਦਿੰਦੇ ਨੇ ਬੜਾ ਕਮਾਲ ਦਾ ਵੀ ਕਿੱਦਾਂ ਪਰ ਮਰਿਆਦਾ ਰੱਖਣੀ ਹੈ, ਕਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ। ਉਹਨਾਂ ਦੀਆਂ ਇੰਟਰਵਿਊਆਂ ਦੂਜੀਆਂ ਸੁਣੀ ਦੀਆਂ ਤੇ ਉਦੋਂ ਤੇ ਉਹ ਕਰੋੜ ਕੇ ਹਰ ਇੱਕ ਨੂੰ ਘੁਮਾ ਕੇ ਬਿਲਕੁਲ ਐ ਸਵਾਲ ਕਰਦੇ ਆ। ਤੇ ਜਦੋਂ ਬਾਬਾ ਲੱਖਾ ਸਿੰਘ ਨਾਲ ਇੰਟਰਵਿਊ ਕਰਨ ਡਏ ਆ ਤੇ ਉਦੋਂ ਉਹਨਾਂ ਨੇ ਇਸ ਹਿਸਾਬ ਦੇ ਨਾਲ ਇੰਟਰਵਿਊ ਕੀਤੀ, ਪਤਾ ਨਹੀਂ ਬਾਬਾ ਲੱਖਾ ਸਿੰਘ ਨੇ ਉਹਨਾਂ ਨੂੰ ਕੀ ਕਰ ਲਿਆ। ਉਹ ਇਹ ਗੱਲ ਕਰਨ ਡਏ ਵਾਲੇ ਮੋਰਚੇ ਤੇ ਉਹ ਤੁਹਾਡੇ ਨਾਲ ਸੀ, ਉਹ ਕਹਿੰਦੇ ਮੇਰੇ ਵੀ ਉਹਦੇ ਕੁੱਟ ਪਈ ਹੈ। ਨਹੀਂ, ਕੋਟ ਪੈਣ ਵਾਲੇ ਸਮੇਂ ਤੇ ਉਹ ਹੈ ਨਹੀਂ ਸੀਗੇ, ਕੋਟ ਤੇ ਸਾਨੂੰ ਪਈ। ਪਤਾ ਕੀ ਆ, ਸ਼ਾਮਲ ਰਹੇ ਆ ਉਹਨਾਂ ਨੇ ਬੜਾ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਤੇ ਬੜੇ ਵੱਡੇ ਇਲਜ਼ਾਮ ਲਾਏ ਸੀ ਵੀ ਇਹਨੂੰ ਕਾਂਗਰਸ ਨੇ ਭੇਜਿਆ, ਇਹਨੂੰ ਫਲਾਣੇ ਨੇ ਭੇਜਿਆ। ਹਾਂ, ਉਹ ਪਹਿਲਾਂ ਸ਼ਾਮਲ ਸੀਗੇ, ਪਰ ਜਦੋਂ ਕੋਟ ਪੈਣ ਦਾ ਸਮਾਂ ਆਇਆ ਉਹ ਅਸੀਂ ਮੇਨ ਹੀ ਰਹਿ ਗਏ। ਬਾਕੀ ਤੇ ਸਾਰੇ ਪਤਾ ਨਹੀਂ ਕੋਈ ਇਹਨਾਂ ਨੂੰ ਕੋਈ ਕੀ ਹਿਸਾਬ ਕਿਤਾਬ ਬਣਿਆ, ਇਹ ਤੇ ਮਹਾਰਾਜ ਜਾਣਦਾ ਜਾਂ ਉਹ ਦੱਸ ਸਕਦੇ ਆ। ਉਦੋਂ ਕੁੱਟ ਵੇਲੇ ਉਹ ਪਾਸੇ ਕਿਵੇਂ ਹੋ ਗਈ ਸੀ ਕਿ ਇਹ ਤੇ ਹੁਣ ਪ੍ਰਮਾਤਮਾ ਜਾਣਦਾ ਜਾਂ ਉਹ ਵੀਰ ਦੱਸ ਸਕਦੇ ਆ। ਪਰ ਸਾਨੂੰ ਤੇ ਇਹ ਹੋਇਆ ਵੀ ਪਤਾ ਨਹੀਂ ਉਹਨਾਂ ਨੇ ਕਿਤੇ ਪਹਿਲਾਂ ਇਹਨਾਂ ਨੂੰ ਦੱਸਤਾ ਵੀ ਹੁਣ ਅੱਜ ਕੁੱਟ ਪੈਣੀ ਆ, ਤੁਸੀਂ ਨਾ ਆਇਓ। ਇਹ ਤੇ ਹੁਣ ਮਹਾਰਾਜ ਜਾਣਦਾ, ਇਸ ਤਰ੍ਹਾਂ ਵੀ ਹੋ ਸਕਦਾ। ਕਈ ਵਾਰ ਹੋਇਆ, ਆਪਾਂ ਵੇਖਿਆ ਹੀ ਆ ਕਈਆਂ ਥਾਵਾਂ ਤੇ ਇਹਦੇ ਵਿੱਚ ਇਹ ਮਸਲਾ ਮੈਂ ਉਹ ਗੱਲ ਕਰਨ ਡਿਆ ਵੀ ਉਹ ਇੰਟਰਵਿਊ ਆਪਾਂ ਸਾਰੇ ਸੁਣ ਸਕਦੇ ਹਾਂ। ਸਿੱਖ ਸੰਗਤਾਂ ਨੇ ਸੁਣੀਆਂ, ਹਰਪ੍ਰੀਤ ਸਿੰਘ ਦੀਆਂ, ਭਾਈ ਹਰਪ੍ਰੀਤ ਸਿੰਘ ਮਖੂ ਦੀਆਂ ਬਹੁਤ ਇੰਟਰਵਿਊਆਂ ਸੁਣੀਆਂ। ਪਰ ਹੈਰਾਨਗੀ ਦੀ ਗੱਲ ਹੈ ਵੀ ਬਾਬਾ ਲੱਖਾ ਸਿੰਘ ਦੇ ਨਾਲ ਇੰਟਰਵਿਊ ਕਰਨ ਡਿਆ, ਜਦੋਂ ਉਹ ਸਵਾਲ ਕਰਨ ਡਿਆ, ਉਹਨੂੰ ਸਵਾਲ ਇੰਨੇ ਠੰਡੇ ਤਰੀਕੇ ਨਾਲ ਕਰਨ ਡਿਆ ਵਾ ਕਿ ਇੱਥੇ ਵੇਖੋ ਹੁਣ ਵੀਡੀਓ ਵਾਇਰਲ ਹੋ ਗਈਆਂ। ਉਹਨੇ ਇੱਕ ਸਵਾਲ ਕੀਤਾ ਵਾ, ਬਾਬਾ ਲੱਖਾ ਸਿੰਘ ਨੂੰ ਇਹ ਗੱਲ ਕਹੀ ਆ ਕਿ ਡੇਰੇ ਨੂੰ ਬਦਨਾਮ ਕਰਨ ਵਾਸਤੇ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ। ਚਲੋ ਵੀ ਅਸੀਂ ਤਾਂ ਪ੍ਰੂਫ ਦੇ ਤੇ ਸੰਗਤ ਦੇ ਸਾਹਮਣੇ ਰੱਖਤੇ ਆ, ਅਸੀਂ ਉਹਨਾਂ ਨੂੰ ਨੀਵਾਂ ਵਿਖਾਉਣ ਵਾਸਤੇ ਥੋੜੀ ਗੱਲ ਕਰ ਰਹੇ ਹਾਂ। ਤੇ ਕਮ ਸੇ ਕਮ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਸਿੰਘ ਮੰਨਦੇ ਆ। ਇਹੋ ਜਿਹੇ ਹਾਲਾਤ ਆ ਜਿਹੜੀ ਤੁਸੀਂ ਗੱਲ ਕਰਦੇ ਜੇ ਨਾ, ਆਪ ਜੀ ਨਾਲ ਸਾਂਝੀ ਕੀਤੀ ਆ ਵੀ ਉਹ ਉਦੋਂ ਹਾਲਾਤ ਇਸ ਤਰ੍ਹਾਂ ਦੇ ਬਣੇ ਸੀਗੇ, ਉੱਥੇ ਜਾਣ ਵਾਸਤੇ ਕੋਈ ਤਿਆਰ ਨਹੀਂ ਸੀਗੀ। ਤੇ ਮਜਬੂਰਨ ਤੌਰ ਤੇ ਅਸੀਂ ਵੀ ਇਹ ਗੱਲ ਗਏ ਹਾਂ ਕਿ ਅੱਗੇ ਸ਼੍ਰੋਮਣੀ ਕਮੇਟੀ ਕੋ ਕੁੱਟ ਖਾਧੀ ਆ, ਹੁਣ ਨਾਨਕਸਰੀਆਂ ਕੋ ਖਾਣੀ ਪੈਣੀ। ਤੇ ਹੋ ਸਕਦਾ ਵਾ ਆਪੋ ਵਿੱਚ ਦੀ ਅਸੀਂ ਇਹ ਗੱਲ ਵੀ ਕੀਤੀ ਕਿ ਹੋ ਸਕਦਾ ਪਤਾ ਨਹੀਂ ਉਹਨਾਂ ਨੇ ਆਪਣੀਆਂ ਪੱਗਾਂ ਲਾਉਣੀਆਂ ਕੀ ਕਰਨਾ। ਇਹ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਕਿਉਂਕਿ ਹਾਜ਼ਰ ਨਾਜ਼ਰ ਗੁਰੂ ਨੇ ਤੇ ਉਹਨਾਂ ਨੇ ਕਿਰਪਾ ਕਰਕੇ ਆਪ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਸੇਵਾ ਇਹਨਾਂ ਸਾਰੇ ਸਾਡੇ ਨਾਲ ਨਾਨਕਸਰ ਵਾਲੇ ਤਾਂ ਕਹਿੰਦੇ ਨਿਮਰਤਾ ਦੇ ਪੁੰਜ ਆ, ਉਹ ਤਾਂ ਕਿਰਪਾਨਾਂ ਵੀ ਨਹੀਂ ਪਾਉਂਦੇ ਵਿਚਾਰੇ। ਤੁਸੀਂ ਕਹਿੰਦੇ ਸਾਨੂੰ ਕੁੱਟਣਾ ਉਹਨਾਂ ਨੇ, ਜਿਹੜੇ ਹਿਸਾਬ ਦੇ ਨਾਲ ਸਾਡੇ ਨਾਲ ਵਿਖਾ ਦਾਂਗੇ ਜੀ। ਇਹ ਜਿਹੜਾ ਕੁੱਟਣ ਕਟਾਉਣ ਵਾਲੇ ਜਾਂ ਉਹਨਾਂ ਦੀਆਂ ਧਮਕੀਆਂ ਦੇ ਰਹੇ, ਸਾਡੇ ਕੋਲ ਬਕਾਇਦਾ ਵੀਡੀਓ ਹੈਗੀਆਂ ਕਿ ਜੇ ਉਹਨਾਂ ਦੇ ਅਸੀਂ ਇਸ ਤੋਂ ਵੱਧ 2-4 ਮਿੰਟ ਹੋਰ ਲਾਉਂਦੇ ਤਾਂ ਕਿਰਪਾਨਾਂ ਛੱਡ ਕੇ ਹੋ ਸਕਦਾ ਕਿ ਉਹ ਗੋਲੀਆਂ ਵੀ ਲੈ ਆਉਂਦੇ। ਕਿ ਇਹਨੇ ਇੱਥੋਂ ਤੱਕ ਉਲਝਣ ਲਈ ਉਹ ਤਿਆਰ ਸੀ। ਜਿਹੜੀ ਗੱਲ ਆਪਾਂ ਕਰਦੇ ਨਾ ਵੀ ਉਹਨਾਂ ਨੂੰ ਨਜਾਇਜ਼ ਬਦਨਾਮ ਕਰਨ ਵਾਲੀ, ਨਜਾਇਜ਼ ਬਦਨਾਮ ਉਹਨਾਂ ਦੀ CCTV ਦੀ ਫੁਟੇਜ ਕਢਾ ਕੇ ਤੁਸੀਂ ਵੇਖ ਸਕਦੇ। ਅਸੀਂ ਤੇ 10 ਤੋਂ 11 ਵਜੇ ਦੇ ਦਰਮਿਆਨ ਉਹਨਾਂ ਦੇ ਕਿੰਨੀ ਵਾਰ ਉਹਨਾਂ ਦੇ ਕੋਲ ਗਏ, ਉਹਨਾਂ ਦੇ ਪ੍ਰਬੰਧਕਾਂ ਨੂੰ ਲੈ ਕੇ ਇਹ ਸਾਰੀ ਡਿਟੇਲ ਜਿਹੜੀ ਆ ਆਪਾਂ ਉਹਨਾਂ ਦੇ ਕੋਲ ਉਹਨਾਂ ਦੀ ਫੁਟੇਜ ਦੇ ਵਿੱਚੋਂ ਕਢਾ ਸਕਦੇ ਹਾਂ। ਕਹਿੰਦੇ ਉਹ ਤੇ ਵਾਹਿਗੁਰੂ ਬਾ ਇੰਨਾ ਹੀ ਬੋਲਦੇ, ਕੁਝ ਬੋਲਦੇ ਹੀ ਨਹੀਂ ਬਾਬੇ ਵਿਚਾਰੇ। ਭਾਈ ਸਾਹਿਬ ਮੈਂ ਨਾ ਜੀ ਉਹਨੇ ਰਾਜਾ ਜੀ ਨੇ ਆਪ ਜੀ ਨੇ ਵੀਡੀਓ ਵਿਖਾਈ, ਇਸ ਤੋਂ ਇਲਾਵਾ ਸਾਡੇ ਕੋਲ 50 ਵੀਡੀਓ ਪਈਆਂ ਉਹਨਾਂ ਦੀਆਂ ਵੱਖ-ਵੱਖ ਬੰਦਿਆਂ ਦੀਆਂ। ਮਤਲਬ ਦਿਖਾਉਣ ਵਾਲੇ ਦੰਦ ਹੋਰ ਆ ਉਹਨਾਂ ਦੇ ਔਰ ਖਾਣ ਵਾਲੇ ਹੋਰ। ਬਿਲਕੁਲ ਉਹਨਾਂ ਦੇ ਹਾਥੀ ਵਾਲੇ ਦੰਦ ਆ, ਵਿਖਾਉਣ ਵਾਲੇ। ਇਹ ਵੀ ਇਸ ਮਸਲੇ 'ਚ ਵੀ ਹੋ ਰਿਹਾ ਤੇ ਗੁੰਡਾਗਰਦੀ ਵਾਲੇ ਬੰਨੇ ਵੀ ਹੋ ਰਿਹਾ। ਦੂਜੇ ਬੰਨੇ ਇੱਕ ਸੋਚਣ ਵਾਲੀ ਗੱਲ ਇਹ ਜੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮੇਨ ਸਥਾਨ ਤੇ ਪ੍ਰਕਾਸ਼ ਹੁੰਦਾ, ਉੱਥੇ ਵੀ ਇਹਨਾਂ ਦੇ ਦੰਦ ਹੋਰ ਜੇ। ਉੱਥੇ ਜਿਹੜੀ ਸਿੱਖ ਸੰਗਤਾਂ ਸਾਹਮਣੇ ਫੋਟੋ ਜਾਂਦੀ ਆ, ਜਿਵੇਂ ਮੰਨ ਲਓ ਸੇਵਾ ਕਰਦੇ ਮਹਾਰਾਜ ਸਾਹਿਬ ਦੀ, ਉਹ ਗੁਰੂ ਗ੍ਰੰਥ ਸਾਹਿਬ ਹੋ ਰਿਹਾ। ਜਿਹੜੇ ਇਹ 30-40 ਅਖੰਡ ਪਾਠ ਸਾਹਿਬ ਰੱਖੇ ਆ, ਇਹ ਗੁਰੂ ਗ੍ਰੰਥ ਸਾਹਿਬ ਹੋ ਰਿਹਾ। ਮੈਂ ਉਹੀ ਕਹਿੰਦਾ ਸੀ ਜਦੋਂ ਨਾ ਅਸੀਂ, ਕਿਉਂਕਿ ਮੈਂ ਵੀ ਕਾਫੀ ਵਾਰੀ ਦਰਸ਼ਨ ਉੱਥੇ ਕਰਨ ਗਿਆ ਉਸ ਸਥਾਨ ਤੇ ਨਾਨਕਸਰ, ਉੱਥੇ ਜਿਹੜੇ ਭਾਈ ਜੀ ਚੌਰ ਸਾਹਿਬ ਕਰਦੇ ਆ ਉਹਨਾਂ ਦਾ ਮੂੰਹ ਹੀ ਬੱਧਾ ਹੋਇਆ। ਅਸੀਂ ਕਈ ਵਾਰੀ ਸ਼੍ਰੋਮਣੀ ਕਮੇਟੀ ਦੇ ਗੁਰੂ ਘਰਾਂ 'ਚ ਵੀ ਪਾਠੀ ਸਿੰਘ ਮੂੰਹ ਨਹੀਂ ਬਣ ਕੇ, ਕੋਈ ਕਈ ਵਾਰੀ ਬੋਲਦੇ ਆ ਨਾ ਬੰਦੇ ਦੀ ਥੁੱਕ ਆਦਿ ਨਾ ਉਹ ਸੱਚੇ ਪਾਤਸ਼ਾਹ ਦੇ ਸਰੂਪ ਤੇ ਜਾਂਦੀ, ਉਹ ਮੂੰਹ ਬਣ ਕੇ ਇੰਨੀ ਮਰਿਆਦਾ ਰੱਖਦੇ ਇੱਕ ਪਾਸੇ, ਔਰ ਦੂਜੇ ਪਾਸੇ ਗੱਡੀਆਂ ਦੇ ਵਿੱਚ ਇਦਾਂ ਸਰੂਪ ਲੈ ਕੇ ਜਾਂਦੇ। ਇੰਨੀ ਮਰਿਆਦਾ ਰੱਖਣ ਵਾਲੇ ਜਿਹੜੇ ਆ ਨਾ, ਜਦੋਂ ਹੁਣ ਇੱਕ ਵੱਡੇ ਹਾਲ ਦੇ ਵਿੱਚ 50 ਤੋਂ 55 ਅਖੰਡ ਪਾਠ ਸਾਹਿਬ ਆਰੰਭ ਕਰਕੇ 4 ਸਵੇਰੇ ਲਾਈਨ ਦੇ ਵਿੱਚ ਅਸੀਂ ਅੱਖੀਂ ਵੇਖੀ ਜਿਹੜੇ ਆ ਮਹਾਰਾਜ ਸਾਹਿਬ ਸੁੱਖ ਆਸਣ ਤੇ ਬਿਰਾਜਮਾਨ ਕੀਤੇ ਪੀੜ੍ਹਿਆਂ ਤੇ। ਇਹਨਾਂ ਨੇ ਜਦੋਂ ਅਸੀਂ ਸਵੇਰੇ ਗਏ ਆ ਉੱਥੇ ਕੋਈ ਬੰਦਾ ਨਹੀਂ, ਇੱਕ ਬੰਦਾ ਬੂਹੇ ਗੜੀ ਖਲੋਤਾ ਸੀਗਾ। ਤੇ ਉਹ ਜਦੋਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਆ, ਹੁਣ ਗੁਰਬਾਣੀ ਜਿਹੜੀ ਆ ਉਹ ਸਿੱਖ ਵਾਸਤੇ ਪੜ੍ਹਨ ਸੁਣਨ ਵਾਸਤੇ ਆ, ਪੜ੍ਹਨੀ ਜਾਂ ਸੁਣਨੀ, ਸੁਣ ਕੇ ਤੇ ਆਪਣਾ ਜੀਵਨ ਜਿਹੜਾ ਵਾ ਉਸ ਅਨੁਸਾਰ ਬਤੀਤ ਕਰਨਾ। ਹੁਣ ਜਿਹੜੇ ਅਖੰਡ ਪਾਠ ਸਾਹਿਬ ਉੱਤੇ 50 ਜਾਂ 40 ਕਿੰਨੇ ਵੀ ਇਹਨਾਂ ਨੇ ਉਹ ਹਾਲ ਦੇ ਵਿੱਚ ਆਰੰਭ ਕੀਤੇ ਆ ਲੜੀ ਦੇ ਤੌਰ ਤੇ, ਉਹਨੂੰ 4 ਸਵੇਰੇ ਐਂ ਕਰਕੇ ਉਸ ਹਿਸਾਬ ਨਾਲ ਕੀਤਾ ਵਾ। ਅੰਦਰ ਕੋਈ ਸੰਗਤ ਨਹੀਂ ਜਾਂਦੀ, ਬਹਿ ਨਹੀਂ ਸਕਦਾ, ਕੋਈ ਸੁਣਦਾ ਨਹੀਂ, ਪਾਠੀ ਪਾਠ ਕਰੀ ਜਾਂਦਾ। ਕੀ ਇਹ ਅਪਮਾਨ ਨਹੀਂ? ਜਿਹੜੀ ਵਿਖਾਉਣ ਵਾਲੀ ਗੱਲ ਇਹਨਾਂ ਦੀ ਹੋ ਰਿਹਾ, ਦੱਸਣ ਵਾਲੀ ਹੋ ਰਿਹਾ, ਕਰਨ ਵਾਲੀ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਉੱਥੇ ਵੀ ਬੇਅਦਬੀ ਹੈ। ਜੇਕਰ ਮੰਨ ਲਓ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਾਂ ਹੋਰ ਗੁਰੂ ਘਰਾਂ ਦੇ ਵਿੱਚ ਵੇਖ ਲਈਏ, ਤੇ ਬੀੜ ਸਾਹਿਬ ਵੇਖ ਲਈਏ, ਹਰਿਮੰਦਰ ਸਾਹਿਬ ਵੇਖ ਲਈਏ, ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਕਰਵਾਉਣ ਦੀ ਮੇਰੀ ਸ਼ਰਧਾ ਹੈ। ਮੈਂ ਉੱਥੇ ਬੇਨਤੀ ਕੀਤੀ, ਮੈਂ ਅਖੰਡ ਪਾਠ ਸਾਹਿਬ ਕਰਵਾਉਣਾ ਚਾਹੁੰਦਾ। ਉੱਥੇ ਇੱਕ ਬਕਾਇਦਾ ਕਮਰਾ ਬਣਿਆ,
ਕਮਰੇ ਦੇ ਵਿੱਚ ਅਸੀਂ ਅਖੰਡ ਪਾਠ ਦੇ ਭੋਗ ਤੇ ਜਾਂ ਆਰੰਭ ਤੇ 2 ਜਣੇ ਜਾਈਏ 4 ਜਣੇ ਜਾਈਏ ਪਰਿਵਾਰ ਦੇ ਜੀ ਅਸੀਂ ਆਪਣੀ ਹਾਰ ਜੀਤ ਭਰਦੇ। ਅਖੰਡ ਪਾਠ ਸਾਹਿਬ ਜਦੋਂ ਭੋਗ ਪੈਂਦਾ ਜਾਂ ਆਰੰਭ ਹੁੰਦਾ ਮੱਧ ਵਾਲੇ ਦਿਨ ਜਿਹੜਾ ਕੋਈ ਸੇਵਾ ਕਰਨ ਵਾਲਾ ਉੱਥੇ ਰਹਿੰਦਾ। ਕੀ ਇੱਥੇ ਜਿਹੜੇ ਪਰਿਵਾਰ ਆ ਪਰਿਵਾਰਾਂ ਨੇ ਅਖੰਡ ਪਾਠ ਸਾਹਿਬ ਕਰਵਾਏ ਸੀਗੇ? ਕਿੱਥੇ ਆ ਉਹ ਪਰਿਵਾਰ? ਕੌਣ ਸੁਣਦਾ ਗੁਰਬਾਣੀ? ਕਿਹਨੂੰ ਸੁਣਾਉਂਦੇ ਆ? ਕੀ ਇਹ ਗੁਰੂ ਸਾਹਿਬ ਦੀ ਮੰਨ ਲਓ ਉਹ ਗੱਲਾਂ ਕਰੀ ਜਾਂਦੇ, ਗੁਰੂ ਸਾਹਿਬ ਕਰੀ ਜਾਂਦੇ, ਸੁਣਨ ਵਾਲਾ ਕੋਈ ਨਹੀਂ ਗਾੜਲੇ ਬੰਨੇ। ਇਹ ਅਪਮਾਨ ਹੀ। ਇੱਕ ਬੰਦਾ ਇੱਥੇ ਸੜਕ ਤੇ ਖਲੋ ਕੇ ਗੱਲਾਂ ਕਰਕੇ ਵੇਖ ਲਓ, ਅਗਲਾ ਆਖਣਗੇ ਕਮਲਾ ਆਪਾਂ ਦੁਨਿਆਵੀ ਬੰਦੇ ਆ। ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਆ, ਉਹਨਾਂ ਦੇ ਕੋਲ ਇਹ ਹਾਜ਼ਰ ਨਾਜ਼ਰ ਗੁਰੂ ਸਾਹਿਬ ਲੋਕਾਂ ਦੀ ਉੱਥੇ ਸ਼ਰਧਾ ਹੀ ਬੜੀ ਆ। ਉਹ ਕਹਿੰਦੇ ਜਿੰਨੀ ਭੇਟਾ ਉਹ ਮੰਗਣ ਦੇ ਦਿੰਦੇ ਆ। ਜਦੋਂ ਇੱਕ ਨਾ ਗੱਲ ਜਿੱਤੇ ਆ ਗਈ, ਜਦੋਂ ਕਿਸੇ ਦੇ ਘਰੇ ਪਾਠ ਰੱਖਦੇ ਨਾ, ਇਹ ਨਾਨਕਸਰ ਸੰਪਰਦਾ ਦੇ ਇੰਨੀ ਮਰਿਆਦਾ ਰੱਖਦੇ ਆ, ਲੋਕਾਂ ਦੇ ਵੀ ਕੇਸੀ ਨਹਾਉਂਦੇ ਆ, ਬੀਬੀਆਂ ਤੋਂ ਪ੍ਰਸ਼ਾਦਾ ਨਹੀਂ ਛਕਦੇ, ਕਿਸੇ ਨੂੰ ਹੋਰ ਅੰਦਰ ਨਹੀਂ ਵੜਨ ਦਿੰਦੇ। ਔਰ ਇੱਕ ਪਾਸੇ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ। ਹੁਣ ਭਾਈ ਸਾਹਿਬ ਤੁਸੀਂ ਜਿਹੜੀ ਕੇਸੀ ਨਹਾਉਣ ਵਾਲੀ ਗੱਲ ਕੀਤੀ ਆ, ਹੁਣ ਉੱਥੇ ਜਿੰਨੇ ਪਾਠੀ ਸਿੰਘ ਇੱਕ ਵੱਡੇ ਹਾਲ ਦੇ ਵਿੱਚ ਉਹਨਾਂ ਨੂੰ ਉੱਥੇ ਦਰੀਆਂ ਵਿਛਾ ਕੇ ਦਿੱਤੀਆਂ। ਉੱਤੇ ਉਹਨਾਂ ਨੇ ਨਾ ਅਸੀਂ ਅੱਖੀਂ ਵੇਖ ਕੇ ਆਏ ਆ, ਤੁਸੀਂ ਵੀ ਜਾਓਗੇ ਕਿਤੇ ਦੇ ਵੇਖਿਓ, ਉੱਤੇ ਉਹ ਕੱਪੜੇ ਟੰਗਣ ਵਾਲੀਆਂ ਤਾਰਾਂ ਵਧੀਆਂ ਉਹਨਾਂ ਦੇ ਉੱਤੇ ਹੀ, ਥੱਲੇ ਉਹ ਸੌਂਦੇ ਆ, ਉੱਤੇ ਉਹ ਕਸ਼ਹਿਰੇ। ਉਹਨਾਂ ਨੂੰ ਆਖਿਆ ਵਾ ਬਕਾਇਦਾ ਵੀ ਕੇਸੀ ਇਸ਼ਨਾਨ ਕਰਕੇ ਜਾਣਾ। ਹੁਣ ਕੇਸੀ ਇਸ਼ਨਾਨ ਕਰਕੇ ਵੀ ਡਿਊਟੀਆਂ ਲਾਈਆਂ ਹੈ ਨਾ ਜੀ, ਤੇ ਗੁਰਬਾਣੀ ਕਿਸੇ ਨੇ ਸੁਣੀ ਨਹੀਂ। ਮਹਾਰਾਜ ਸਾਹਿਬ ਜਾਣ ਲੱਗੇ ਆ, ਉਹਨਾਂ ਦਾ ਕੋਈ ਸਰਕਾਰ ਨਹੀਂ। ਸਿਰਫ ਇਹੀ ਆ ਕਿ ਇਹ ਨਾਨਕਸਰੀਏ ਦੀ ਇੱਕ ਮਰਿਆਦਾ ਵਾ ਕਿ ਇਹਨਾਂ ਨੂੰ ਨਹਾਉਣਾ ਹੀ ਨਹਾਉਣਾ ਵਾ, ਸਿਆਲ ਹੋਵੇ। ਅਸੀਂ ਆਨੇ ਸਾਫ਼ ਸੁਥਰੇ ਹੋਣਾ ਚਾਹੀਦਾ। ਇਹ ਨਹੀਂ ਗੱਲ ਵੀ ਨਹੀਂ ਇਸ਼ਨਾਨ ਕਰਨਾ ਚਾਹੀਦਾ, ਇਸ਼ਨਾਨ ਕਰਨਾ ਚਾਹੀਦਾ। ਇਸ਼ਨਾਨ ਦੇ ਨਾਲ ਨਾਲ ਗੁਰਬਾਣੀ ਵੀ ਸੁਣਾਓ ਕਿਸੇ ਨੂੰ। ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋਏ ਆ, ਫਿਰ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮਾਣ ਸਤਿਕਾਰ ਤੇ ਰੱਖੋ। ਇਹ ਕਮ ਸੇ ਕਮ ਜ਼ਿਆਦਾ ਨਹੀਂ ਰੱਖ ਸਕਦੇ। ਜਿਹੜੀ ਸਾਡੀ ਰਹਿਤ ਮਰਜ਼ਾਦਾ ਅਨੁਸਾਰ ਹੈ ਕਿ 5 ਸਿੰਘ ਨਾਲ ਚਾਹੀਦੇ ਆ, ਮਤਲਬ ਕਿ ਉਹ ਚੀਜ਼ਾਂ ਤੇ ਹੋਣੀਆਂ ਜ਼ਰੂਰੀ ਆ ਨਾ। ਇਹ ਤੇ ਉਹਨਾਂ ਦੀ ਵੀ ਲੰਘਣਾ ਕਰੀ ਜਾਂਦੇ ਆ। ਕੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ? ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਸਿੰਘ ਸਾਹਿਬ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਵੀ ਇਸ ਮਾਮਲੇ ਦੇ ਵਿੱਚ ਸਖਤੀ ਕਰਨੀ ਚਾਹੀਦੀ ਹੈ। ਬਿਲਕੁਲ। ਜਿਹੜਾ ਸਿੰਘ ਸਾਹਿਬ ਨੂੰ ਤੇ ਇਹ ਤੇ ਹੁਣ ਅੱਜ ਤੋਂ 29 ਤਰੀਕ ਦੀ ਘਟਨਾ ਵਾ, ਅੱਜ 1 ਹੋ ਗਈ ਆ, 3-4 ਦਿਨ ਹੋ ਗਏ ਆ। 3-4 ਦਿਨ ਉਹਨਾਂ ਦੇ ਮੂੰਹ ਨੂੰ ਤਾਂ ਤਾਲਾ ਲੱਗਾ। ਨਾ ਦੇ ਕੋਈ ਧਰਮ ਪ੍ਰਚਾਰ ਕਮੇਟੀ ਦਾ ਕੋਈ ਪ੍ਰਚਾਰਕ ਬੋਲਿਆ, ਨਾ ਇਲਾਕੇ ਦਾ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਬੋਲਿਆ, ਨਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੋਲਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕਿੰਨੀ ਗਿਣਤੀ ਦੇ ਵਿੱਚ ਪਾਵਨ ਸਰੂਪ ਗਏ? ਕਿੱਥੇ ਗਏ ਆ? ਇਹਨਾਂ ਨੇ ਕੋਈ ਯਤਨ ਕੀਤਾ? ਜੇਕਰ ਇਹਨਾਂ ਨੂੰ ਇਹ ਗੱਲ ਕਹਿਣਗੇ, ਹੁਣ ਇਹ ਜਨਤਕ ਹੋਈ ਗੱਲ, ਜਿਹਦੇ ਜਨਤਕ ਨਾ ਹੋਈ ਹੋਵੇ ਉੱਦਾਂ ਗੱਲ ਹੋਵੇ, ਫਿਰ ਤੇ ਆਪਾਂ ਆਖੀਏ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਧਰਮ ਪ੍ਰਚਾਰ ਕਮੇਟੀ ਨੂੰ ਪਤਾ ਨਹੀਂ ਲੱਗਾ। ਇਹ ਤਾਂ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਚਲੇਗੀ। ਤੇ ਇਹਨਾਂ ਨੂੰ ਪੁੱਛਣ ਦਾ ਯਤਨ ਕਰਨਾ ਚਾਹੀਦਾ, ਇੱਥੇ ਆਉਣਾ ਚਾਹੀਦਾ। ਇੰਨੇ ਚਿਰ ਨੂੰ ਤੇ ਇਹਨਾਂ ਨੂੰ ਇਹ ਗੱਲ ਦੀ ਘੋਖ ਪੜਤਾਲ ਕਰਨੀ ਚਾਹੀਦੀ। ਘੋਖ ਪੜਤਾਲ ਕਰਕੇ ਇਹਨਾਂ ਨੂੰ ਸੱਦ ਕੇ ਬਾਬਾ ਲੱਖਾ ਸਿੰਘ ਨੂੰ, ਬਾਬਾ ਕਾਲਾ ਸਿੰਘ ਨੂੰ, ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਸਿੱਖ ਸੰਗਤਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਵਾ ਵੀ ਕਿੱਥੋਂ ਤੁਸੀਂ ਕੀ ਕਰਨਾ ਆ। ਤਾਂ ਆਖਰੀ ਮੇਰਾ ਸਵਾਲ ਹੈ ਕਿ ਇਹ ਕੁਦਰਤੀ ਤੌਰ ਤੇ ਜਾਣੇ ਅਣਜਾਣੇ 'ਚ ਕੁਤਾਹੀ ਹੈ ਜਾਂ ਕਿਸੇ ਸਾਜ਼ਿਸ਼ ਦਾ ਇੱਕ ਹਿੱਸਾ? ਤੁਹਾਨੂੰ ਜਾਪਦਾ ਕੀ ਹੈ? ਸਾਨੂੰ ਜਾਪਦਾ ਆ ਜੀ, ਜੇ ਤੇ ਹੁੰਦੀ ਆ ਕੁਦਰਤੀ। ਜਦੋਂ ਪਿਛਲੇ ਸਾਲ ਇਹਨਾਂ ਨੂੰ ਸੁਨਾਹ ਦਿੱਤਾ, ਜਦੋਂ ਕੋਈ ਵੀ ਆਪਣੇ ਕੋਈ ਗਲਤੀ ਕੋਈ ਆਪਣਾ ਸੁਨਾਹ ਆਣ ਕੇ ਦੇ ਦਿੰਦਾ ਵੀ ਆਹ ਆਪਣਾ ਗਲਤ ਆ ਕੰਮ, ਤੇ ਆਪਾਂ ਉੱਤੇ ਗੌਰ ਕਰਦੇ ਆ। ਇਹਨਾਂ ਗੌਰ ਨਹੀਂ ਕੀਤਾ। ਪਿਛਲੇ ਸਾਲ ਦੀ ਗੱਲ ਆ ਇਹ ਨਹੀਂ ਕਿ ਐਰਕਾਂ ਦੀ ਆ। ਫਿਰ ਅਸੀਂ ਸਵੇਰੇ ਗਏ ਆ। ਇਹ ਜਾਣ ਬੁੱਝ ਕੇ ਆਪਣੀ ਹੈਂਕੜਬਾਜੀ ਦੇ ਵਿੱਚ ਇਹਨਾਂ ਨੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਧਿਆਨ ਦੇਣ ਦੀ ਇਹਨਾਂ ਨੇ ਲੋੜ ਹੀ ਨਹੀਂ ਸਮਝੀ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਧਿਆਨ ਦੇਣਾ ਵਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਮਾਨ ਮਰਜ਼ਾਦਾ ਵਾ। ਇਹਨਾਂ ਨੇ ਆਪਣੇ ਹੀ ਜਿਹੜੇ ਆਏ ਆ ਜਾਂ ਆਪਣੇ ਵਾਸਤੇ ਜਿਹੜੇ ਆ, ਇਹਨਾਂ ਦੇ ਤੇ ਕੋਈ ਕਿਸੇ ਨੇ ਕਸ਼ਹਿਰਾ ਵਾਲਾ ਬੰਦਾ ਵਾ, ਕੋਈ ਤੌਲੀਏ ਵਾਲਾ ਬੰਦਾ, ਕੋਈ ਹੱਥ ਸੁੱਚੇ ਕਰਾਉਣ ਵਾਲਾ ਬੰਦਾ, ਕੋਈ ਇਹਨਾਂ ਦਾ ਜੋੜਾ ਪੜਾਉਣ ਵਾਲਾ ਬੰਦਾ, ਗੁਰੂ ਗ੍ਰੰਥ ਸਾਹਿਬ ਵਾਸਤੇ ਇਹਨਾਂ ਸੋਚਿਆ ਹੀ ਨਹੀਂ ਆ। ਇਹਨਾਂ ਜਾਣ ਬੁੱਝ ਕੇ ਅਣਗਹਿਲੀ ਕੀਤੀ। ਨਾਨਕਸਰ ਸੰਪਰਦਾ ਦੇ ਬਾਰੇ ਜਿਹੜਾ ਹੈਗਾ, ਜਿਹੜੀ ਜਗਰਾਉਂ ਨਾਨਕਸਰ ਕਲੇਰਾਂ ਬਾਬਾ ਲੱਖਾ ਸਿੰਘ ਜੀ ਹੈਗੇ, ਲੱਖਾ ਸਿੰਘ ਤੇ ਬਾਬਾ ਕਾਲਾ ਸਿੰਘ, ਬਾਬਾ ਲੱਖਾ ਸਿੰਘ ਕਾਲਾ ਸਿੰਘ ਉੱਥੇ ਪ੍ਰਬੰਧਕ ਨੇ। ਇਹਨਾਂ ਦਾ ਕਹਿਣਾ ਵੀ ਉਹ ਜ਼ਿੰਮੇਵਾਰ ਨੇ। ਅਸੀਂ ਕੋਸ਼ਿਸ਼ ਕਰਾਂਗੇ ਨਾਨਕਸਰ ਕਲੇਰਾਂ ਦੇ ਕਿਸੇ ਜਿਹੜਾ ਹੈਗਾ ਉਹ ਨੋਮੀਨੇਟ ਪ੍ਰਬੰਧਕ ਭਾਵੇਂ ਭਾਈ ਬਾਬਾ ਲੱਖਾ ਸਿੰਘ ਜੀ ਜਾਂ ਬਾਬਾ ਕਾਲਾ ਜੀ ਸਾਨੂੰ ਮਿਲ ਜਾਣ। ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ, ਤੁਸੀਂ ਸਾਨੂੰ ਵੀਡੀਓ ਸਾਰੀਆਂ ਦਿਓਗੇ ਨਾ? ਬਿਲਕੁਲ ਜੀ ਦੇਵਾਂਗੇ, ਵੀਡੀਓ ਪ੍ਰੂਫ ਦੇਵਾਂਗੇ। ਵੀਡੀਓਜ਼ ਅਸੀਂ ਇਸ ਵੀਡੀਓ ਦੇ ਵਿੱਚ ਵੀ ਜਿੰਨੀਆਂ ਕਿ ਜਾਇਜ਼ ਉਹ ਲਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਨਹੀਂ ਚਾਹੁੰਦੇ ਇਸ ਤਰ੍ਹਾਂ ਦੇ ਸਿੱਖ ਮਸਲੇ ਜਿਹੜੇ ਆ, ਸਿੱਖਾਂ ਦੇ ਜਿਹੜੇ ਸੈਂਸਿਟਿਵ ਮਸਲੇ ਜਿਨ੍ਹਾਂ ਨੂੰ ਅਸੀਂ ਮੀਡੀਆ ਦੇ ਵਿੱਚ ਲੈ ਕੇ ਆਈਏ, ਪਰ ਮਜਬੂਰੀ ਉਦੋਂ ਬਣ ਜਾਂਦੀ ਹੈ ਜਦੋਂ ਇਹਨਾਂ ਸੱਜਣਾ ਵੱਲੋਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਤਾਂ ਉਹਨਾਂ ਵੀਡੀਓਜ਼ ਦੇ ਥੱਲੇ ਨਾਨਕਸਰ ਸੰਪਰਦਾ ਦੇ ਜਿਹੜੇ ਪੈਰੋਕਾਰ ਨੇ, ਜਿਹੜੇ ਉੱਥੇ ਜੁੜੇ ਹੋਏ ਨੇ ਜਾਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਨਾਲ ਜੁੜੇ ਨੇ ਜਾਂ ਵੈਸੇ ਵੀ ਗੁਰੂ ਪਾਤਸ਼ਾਹ ਦਾ ਸਤਿਕਾਰ ਕਰਦੇ ਨੇ, ਉਹ ਵੀ ਕਹਿ ਰਹੇ ਨੇ ਵੀ ਨਾਨਕਸਰ ਵਾਲੇ ਉੱਦਾਂ ਤੇ ਮੱਥਾ ਨਹੀਂ ਟਿਕਾਉਂਦੇ ਹੈ ਨਾ, ਉਹਦਾ ਤੇ ਬੜੀ ਮਰਿਆਦਾ ਰੱਖਦੇ ਆ। ਤੇ ਅੱਜ ਗੁਰੂ ਸਾਹਿਬ ਦੀਆਂ ਜਿਹੜੀਆਂ ਸਰੂਪ ਹੈਗੇ ਨੇ ਉਹ ਗੱਡੀਆਂ ਦੇ ਵਿੱਚ ਐ ਰੱਖ ਰਹੇ ਜਿੱਦਾਂ ਕੋਈ ਪਿੱਛੇ ਚੀਜ਼ ਰੱਖੀ ਹੁੰਦੀ ਆ। ਗੱਡੀਆਂ ਉਹ ਜਿਨ੍ਹਾਂ ਦਾ ਇਸ਼ਨਾਨ ਵੀ ਨਹੀਂ ਕਰਾਇਆ ਗਿਆ, ਜਿਹੜੀਆਂ ਲਿਬੜੀਆਂ ਤਿਬੜੀਆਂ ਸੀ, ਜਿਨ੍ਹਾਂ ਦੇ ਵਿੱਚ ਜੋੜੇ ਰੱਖੇ ਸੀ, ਜਿਹੜੀਆਂ ਵੀਡੀਓ ਸਾਨੂੰ ਦਿਖਾ ਰਹੇ ਨੇ, ਹੋ ਸਕਦਾ ਉਹਨਾਂ ਕਾਰਾਂ ਦੇ ਉੱਤੇ ਵਿੱਚ ਕੋਈ ਪਹਿਲਾਂ ਕੋਈ ਬੈਠਾ ਹੋਵੇ, ਕੋਈ ਬੱਚਾ ਬੈਠਾ ਹੋਵੇ, ਉਹਨੇ ਕਿਤੇ ਸੂਸੂ ਆਦੇ ਕੀਤਾ ਹੋਵੇ। ਤਾਂ ਕਿਉਂ ਐਡੀ ਵੱਡੀ ਕੁਤਾਹੀ ਜਿਹੜੀ ਹੈਗੀ ਆ ਨਾਨਕਸਰ ਸੰਪਰਦਾ ਦੀ ਨਿਗਾਹ ਦੇ ਵਿੱਚ ਪਹਿਲਾਂ ਵੀ ਵਾਪਰੀ, ਮੁੜ ਵਾਪਰੀ? ਅਸੀਂ ਕੋਸ਼ਿਸ਼ ਕਰਾਂਗੇ ਉਸ ਸੰਪਰਦਾ ਦਾ ਪੱਖ ਲੈਣ ਦਾ, ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ।
ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਉੱਤੇ ਕੀ ਬੋਲਦੀ ਹੈ। ਧੰਨਵਾਦ। ਦੇਖਦੇ ਰਹੋ ਪੰਜਾਬ KTV। ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ।